प्यारे दर्शकों, तुहाडा पंजाबनामा प्रोग्राम दे विच निੱਘਾ स्वागत है। इस प्रोग्राम दे विच मेरे नाल उगे चिंतक डॉक्टर प्यारा लाल गर्ग हन। उन्हां दा असीं इस प्रोग्राम स्वागत करते हैं तो उन्हां नाल कुछ अहम मामलों के उपर गलबात करांगे। एक मामला कि राहुल गांधी की भारत जोड़ो यात्रा अज दा पहला पड़ाव अज समाप्त हो गया तो दूजे दीयां तैयारियां जिहड़ियां शुरू हो गईयां। उन्होंने अज की किया उहदे बारे चर्चा करांगे। इस दे नाल ही विजिलेंस ने दोबारा फिर जिहड़े आ सच्चाई घोटाला जिहड़ा होया सीगा उहदे विच 2 साबका मंत्री ते 3 साबका अधिकारियों नूं सद्दिया तो उन्हां नूं कहा भी अपने बैंक खाते ते जिहड़ा होर कागज पत्र लैके आओ। उन्हां तो 1 फरवरी तो 3 फरवरी तक उन्हां नूं जांच पुछगिछ होएगी। इस तो अलावा जिहड़ा अहम मसला जिन्हें बहुत वड्डे पद्धर ते भारती मार्केट नूं हिलाया होया वो है हिडनबर्ग की जिहड़ी जांच है। वो जांच दे बारे जिहड़े भारत दे जिहड़े वड्डे कारपोरेट ने अडानी उन्हां कहा यह भारत उत्ते हमला है ते हिडनबर्ग ने जवाबी हमला किया। उन्हां कहा भी जिहड़े भारत कह के या भारती झंडे हेठ जिहड़ा उहदे ते जिहड़े तत्थ आ उन्हां नूं छुपाया नहीं जा सकेगा। तुसी जिहड़े असीं सवाल कीते सी उन्हां दे जवाबां तो टाला वट्टिया, उन्हां दे जवाब दो, तुसी लोकां नाल फ्रॉड कीता। ये गल जिहड़ी है हिडनबर्ग ने दोबारा कही है। सो डॉक्टर साहब पहला चलदे हैं असीं राहुल गांधी की यात्रा ते। उहदी यात्रा जिहड़ी अज पहला पड़ाव समाप्त हो गया। बहुत बर्फ पै रही सीगी, असीं बर्फ दे पैंदी दे विच सीन देखिया कि ਉਹਦੇ ਵਿੱਚ ਉਹਨਾਂ ਨੇ ਐਡਰੈਸ ਕੀਤਾ, ਲੋਕਾਂ ਨੂੰ ਸੱਦਾ ਦਿੱਤਾ, ਉਹਨਾਂ ਨਾਲ ਆਪਣਾ ਜਿਹੜਾ ਦੁੱਖ ਦਰਦ ਸਾਂਝਾ ਕੀਤਾ ਤੇ ਤੁਸੀਂ ਉਹਨਾਂ ਦੀ ਯਾਤਰਾ ਦਾ ਜਿਹੜਾ ਪਹਿਲਾ ਪੜਾਅ ਅੱਜ ਸਮਾਪਤ ਹੋਇਆ ਉਹਨੂੰ ਕਿਵੇਂ ਦੇਖਦੇ ਹੋ? ਕੀ ਉਹਨੇ ਦੇਸ਼ ਨੂੰ ਸੰਦੇਸ਼ ਦਿੱਤਾ ਹੈ? ਦੇਸ਼ ਨੂੰ ਕਿਵੇਂ ਉਹਨਾਂ ਕਿਹਾ ਵੀ ਲੀਹ ਤੋਂ ਲਾਇਆ ਗਿਆ ਤੇ ਉਹਨੂੰ ਦੁਬਾਰਾ ਲੀਹ ਤੇ ਲਿਆਉਣ ਲਈ ਜਿਹੜਾ ਮਿਲ ਕੇ ਕੰਮ ਕਰਨ ਦੀ ਲੋੜ ਹੈ? ਜੰਮੂ ਸਾਹਿਬ, ਇਹ ਪਿਛਲੇ 30 ਸਾਲਾਂ 'ਚ ਪਹਿਲੀ ਵਾਰੀ ਕੋਈ ਸਿਆਸਤਦਾਨ ਐਸਾ ਆਇਆ ਹੈ ਜਿਹੜਾ ਲੋਕਾਂ 'ਚ ਗਿਆ ਸਿੱਧੇ ਰੂਪ 'ਚ ਲਗਾਤਾਰ ਇੰਨੇ ਦਿਨ ਚੱਲਿਆ। ਨਹੀਂ ਤਾਂ ਦਿਖਾਵੇ ਦੀਆਂ ਯਾਤਰਾ ਕਰ ਦੇਣੀ, ਕੁਛ ਦਿਨ ਕੋਈ ਧਰਨਾ ਮੁਜ਼ਾਹਰਾ ਕਰ ਦੇਣਾ, ਕਿਤੇ ਕੋਈ ਧਰਨਾ ਮੁਜ਼ਾਹਰਾ ਹੋ ਰਿਹਾ ਉਹਦੇ ਜਾ ਕੇ ਬੋਲਦੇ ਰਹਿਣਾ ਸਿਆਸਤਦਾਨਾਂ ਦਾ। ਕਿਉਂਕਿ ਸਿਆਸਤਦਾਨਾਂ ਦੇ ਧਰਤੀ ਤੋਂ ਪੈਰ ਉਖੜੇ ਹੋਏ ਸੀ। ਉਹ ਘਰਾਂ ਦੇ ਵਿੱਚ ਬੈਠ ਕੇ, ਆਪਦੇ ਦਫ਼ਤਰਾਂ 'ਚ ਬੈਠ ਕੇ ਜਾਂ ਕਿਸੇ ਸਟੂਡੀਓ 'ਚ ਬੈਠ ਕੇ ਉਹ ਮੈਨੇਜ ਕਰਦੇ ਸੀ ਲੋਕਾਂ ਦੀ ਡਰਾਇੰਗ ਰੂਮ ਸਿਆਸਤ। ਹਾਂ, ਡਰਾਇੰਗ ਰੂਮ ਸਿਆਸਤ ਜਿਹੜੀ ਸੀ ਉਹ ਕਰਦੇ ਸੀਗੇ ਤੇ ਉਹਦੇ ਨਾਲ ਲੋਕਾਂ ਦੀ ਇੱਕ ਰਾਏ ਤਿਆਰ ਕਰਦੇ ਸੀਗੇ, ਮੈਨੂਫੈਕਚਰਿੰਗ ਦੀ ਕੰਸੈਂਟ ਜਿਹਨੂੰ ਆਪਾਂ ਕਹਿ ਸਕਦੇ ਹਾਂ। ਤੇ ਉਹ ਮੀਡੀਆ ਦੇ ਰਾਹੀਂ ਕੋਸ਼ਿਸ਼ ਕਰਦੇ ਸੀ, ਆਪਦੇ ਸੋਸ਼ਲ ਮੀਡੀਆ ਰਾਹੀਂ ਕਰਦੇ ਸੀ। ਦੂਜੀ ਗੱਲ IT ਸੈੱਲ ਬਣਾਏ ਹੋਏ ਨੇ ਬਹੁਤ ਸਾਰੀਆਂ ਪਾਰਟੀਆਂ ਨੇ, ਉਹ ਕਰਦੀਆਂ ਸੀ ਉਹਦੇ ਰਾਹੀਂ ਬੜਾ ਪ੍ਰਚਾਰ ਆਪਦੇ ਹੱਕ 'ਚ ਤੇ ਦੂਜਿਆਂ ਦੇ ਉਲਟ ਕਰਨਾ, ਦੂਸ਼ਣਵਾਦੀ ਲਾਉਣ ਤੇ। ਦੂਜੀ ਗੱਲ ਇਹ ਸੀ ਵੀ ਸਿਆਸੀ ਪਾਰਟੀਆਂ ਦਾ ਇੱਕੋ ਕੰਮ ਰਹਿ ਗਿਆ ਸੀ ਨੇਤਾਵਾਂ ਦਾ, ਇੱਕ ਦੂਜੇ ਨੂੰ ਇੱਕ ਦੂਜੀ ਪਾਰਟੀ ਨੂੰ ਨੀਚਾ ਦਿਖਾਉਣਾ। ਸਮੱਸਿਆਵਾਂ ਦੇ ਉੱਤੇ ਗੱਲ ਮੈਂ ਬਹੁਤੇ ਵਾਰੀ ਪਿਛਲੇ ਇੰਨੇ 2-3-4 ਸਾਲਾਂ ਤੋਂ ਲਗਾਤਾਰ ਦੇਖਦਾ। ਈਵਨ ਮੀਡੀਆ ਜਦੋਂ ਜਾਂਦੇ ਨੇ ਉਹ ਇੱਕ ਦੂਜੇ ਤੋਂ ਦੂਸ਼ਣਬਾਜ਼ੀ ਕਰਦੇ ਨੇ, ਇਹਦੀ ਬਜਾਏ ਕਿ ਸਮੱਸਿਆ ਦੇ ਹੱਲ ਵੱਲ ਨੂੰ ਗੱਲ ਕਰਨ। ਤੇ ਕਿਉਂਕਿ ਸਮੱਸਿਆ ਦਾ ਹੱਲ ਤਾਂ ਰਲ ਕੇ ਹੋਣਾ ਤੇ ਉਹ ਆਪਦਾ ਰਾਜ ਕਾਇਮ ਕਰਨ ਵਾਸਤੇ, ਆਪਦੀ ਜਿੱਤ ਵਾਸਤੇ ਹਰ ਹਰਬਾ ਵਰਤਨ ਤਿਆਰ ਸੀ। ਉਹਨਾਂ 'ਚੋਂ ਸਭ ਤੋਂ ਵੱਡਾ ਹਰਬਾ ਜਿਹੜਾ ਉਹ ਹੈਗਾ ਕਿ ਲੋਕਾਂ ਨੂੰ ਪਾੜ ਕੇ ਰੱਖਦੇ ਸੀ। ਲੋਕਾਂ ਨੂੰ ਪਾੜਨ ਵਾਸਤੇ ਖਾਸ ਕਰਕੇ ਪਿਛਲੇ 7-8 ਸਾਲਾਂ ਤੋਂ 2014 ਤੋਂ ਜਦ ਤੋਂ BJP ਆਈ ਹੈ, ਇਹਨੇ ਬਹੁਤ ਜ਼ਿਆਦਾ ਜਿਹੜੀਆਂ ਘੱਟ ਗਿਣਤੀਆਂ ਸੀ, ਦਲਿਤ ਸੀ, ਉਹਨਾਂ 'ਤੇ ਹਮਲੇ ਸ਼ੁਰੂ ਕਰੇ ਹੋਏ ਸੀ। ਖਾਸ ਕਰਕੇ ਮੁਸਲਮਾਨਾਂ ਦੇ ਉੱਤੇ ਵੱਡੇ ਹਮਲੇ ਕਰਦੇ ਸੀ ਤੇ ਹਿੰਦੂਆਂ ਨੂੰ ਸੋ ਕਾਲਡ ਕਹਿ ਕੇ ਵੀ ਅਸੀਂ ਸ਼ਾਇਦ ਹਿੰਦੂਆਂ ਦਾ ਕੋਈ ਫਾਇਦਾ ਕਰਦੇ ਹਾਂ, ਉਹਨਾਂ ਨੂੰ ਇਸ ਤਰੀਕੇ ਨਾਲ ਕੋਸ਼ਿਸ਼ ਕਰਦੇ ਸੀ ਉਹਨਾਂ ਦੇ ਮਨ 'ਚ ਭਰਨ ਦੀ ਕਿ ਅਸੀਂ ਤਾਂ ਤੁਹਾਡੇ ਵਾਸਤੇ ਹਾਂ। ਨੋਟਬੰਦੀ 'ਚ ਇਹੀ ਕੁਛ ਕਰਿਆ, ਪਰ ਜਦ ਕਿ ਆਪਾਂ ਦੇਖੀਏ ਜਿਹੜਾ ਕਰੋਨਾ ਦੇ ਵਿੱਚ ਜਿੰਨੇ ਲੋਕ ਮਰੇ ਉਹਨਾਂ 'ਚ ਬਹੁਤੇ ਹਿੰਦੂ ਮਰੇ ਨੇ ਤੇ ਜਿਹੜੇ 80 ਕਰੋੜ ਲੋਕਾਂ ਨੂੰ ਅਨਾਜ ਦੇ ਉੱਤੇ ਸਰਕਾਰ ਵੱਲੋਂ ਦਿੱਤੇ ਅਨਾਜ 'ਤੇ ਗੁਜ਼ਾਰਾ ਕਰਨਾ ਪੈ ਰਿਹਾ ਹੈ, ਉਹਨਾਂ 'ਚ 60 ਕਰੋੜ 62 ਕਰੋੜ ਤਾਂ ਹਿੰਦੂ ਹੀ ਨੇ। ਸੋ ਇਸ ਕਰਕੇ ਜੇ 62 ਕਰੋੜ ਹਿੰਦੂ ਭੁੱਖਮਰੀ ਦੇ ਸ਼ਿਕਾਰ ਨੇ, ਜੇ ਲੋਕਾਂ ਦਾ 2 ਕਰੋੜ ਦਾ ਰੁਜ਼ਗਾਰ ਗਿਆ ਹੈ ਤੇ ਉਹਦੇ ਵਿੱਚੋਂ 80% ਹਿੰਦੂਆਂ ਦਾ ਹੀ ਗਿਆ ਹੈ, ਤੇ ਫਿਰ ਉਹ ਹਿੰਦੂਵਾਦ ਦਾ ਨਾਅਰਾ ਜਿਹੜਾ ਉਹ ਕਿੱਥੇ ਜਾਂਦਾ ਹੈ? ਉਹਦੇ ਵਿੱਚੋਂ ਇਹ ਰਾਹੁਲ ਗਾਂਧੀ ਨੇ ਪਹਿਲਾਂ ਘਰਾਂ 'ਚ ਹੋਰ ਜਾ ਜੂ ਕੇ ਕੋਸ਼ਿਸ਼ ਕਰਦਾ ਸੀ, ਪਰ ਪਹਿਲੀ ਵਾਰੀ ਹੋਇਆ ਕਿ ਇੰਨਾ ਲੰਬਾ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ ਚੱਲਦਾ ਗਿਆ। ਕੋਈ ਉਹਦੇ 'ਚ ਉਹਨੇ ਢਿੱਡ ਮੱਠ ਨਹੀਂ ਕਰੀ, ਕੋਈ ਉਹਨੇ ਦੁੱਖ ਤਕਲੀਫ ਉਸ ਤਰੀਕੇ ਦੀ ਨਹੀਂ ਮੰਨੀ ਜਿਵੇਂ ਹੁੰਦਾ ਵੀ 2 ਦਿਨਾਂ ਬਾਅਦ ਹੀ ਬਿਮਾਰ ਪੈ ਜਾਓ ਜੀ, ਹੁਣ ਤਾਂ ਐਂ ਔਖਾ ਹੋ ਗਿਆ ਜੀ ਫਲਾਣਾ। ਉਹਨੇ ਬੋਲੀਆਂ ਦੀ ਵੀ ਪਰਵਾਹ ਨਹੀਂ ਕਰੀ।
ਉਹਨੇ ਮੀਡੀਆ ਦੇ ਵਿੱਚ ਜੋ ਕੁਝ ਉਹਦੇ ਖਿਲਾਫ ਬੋਲਿਆ ਉਹਦੀ ਵੀ ਪਰਵਾਹ ਨਹੀਂ। ਡਾਕਟਰ ਸਾਹਿਬ ਇੱਕ ਕਮਾਲ ਦੀ ਗੱਲ, ਜਿਹੜੇ ਇਸ਼ੂ ਉਹਨਾਂ ਉਠਾਏ ਮੀਡੀਆ ਦੇ ਵਿੱਚ, ਜਿਹੜਾ ਸਾਡਾ ਗੋਦੀ ਮੀਡੀਆ ਅਸੀਂ ਕਹਿੰਦੇ ਨੇ, ਉਹਨਾਂ ਇਸ਼ੂਆਂ ਦੀ ਨਹੀਂ, ਉਹਦੀ ਟੀ-ਸ਼ਰਟ ਨੂੰ ਲੈ ਕੇ ਚਰਚਾ ਹੁੰਦੀ ਰਹੀ। ਉਹਦਾ ਹੁਣ ਜਿਹੜਾ ਸੀ, ਕਿਉਂਕਿ ਜਿਹੜੇ ਸੀ ਮੀਡੀਆ ਦੇ ਵਿੱਚ ਉਠਾਏ ਜਾਂਦੇ ਇਸ਼ੂ, ਮੀਡੀਆ ਨੂੰ ਫੀਡ ਕੌਣ ਕਰ ਰਿਹਾ? ਮੇਨ ਸਿਟੀ ਮੀਡੀਆ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਤਾਂ ਬਹੁਤਾ ਗੋਦੀ ਮੀਡੀਆ ਬਣਿਆ ਹੋਇਆ, ਉਹ ਤਾਂ ਉਹਨਾਂ ਦੇ ਰਾਜ ਕਰਨ ਵਾਲੇ BJP ਦੇ RSS ਦੇ ਕੰਟਰੋਲ 'ਚ ਹੈ। ਸੋ ਉਹਨਾਂ ਕੋਲ ਇਹ ਗੱਲ ਕਿ ਜੀ ਤੁਸੀਂ ਲੋਕਾਂ ਨੂੰ ਪਾੜਦੇ ਹੋ, ਅਸੀਂ ਲੋਕਾਂ ਨੂੰ ਜੋੜਦੇ ਹਾਂ, ਭਾਰਤ ਜੋੜੋ ਨਾ ਹੀ ਤਾਂ ਰੱਖਿਆ, ਇਹਦਾ ਕੋਈ ਜਵਾਬ ਨਹੀਂ ਸੀ, ਕਿਉਂਕਿ ਉਹ ਪਾੜਦੇ ਨੇ। ਨਾਲ ਉਹਨੇ ਕਿਹਾ ਮੈਂ ਮੁਹੱਬਤ ਦੀ ਦੁਕਾਨ ਨਾ ਖੋਲ ਰਿਹਾ। ਉਹ ਕਹਿੰਦਾ ਤੁਸੀਂ ਨਫ਼ਰਤ ਫੈਲਾਉਂਦੇ ਹੋ, ਮੈਂ ਮੁਹੱਬਤ ਦੀ ਗੱਲ ਕਰਦਾ, ਮੈਂ ਦੁਕਾਨ ਮੇਰੀ ਮੁਹੱਬਤ ਦੀ ਹੈ। ਇਹਦਾ ਵੀ ਕੋਈ ਜਵਾਬ ਨਹੀਂ ਸੀ। ਉਹ ਨਫ਼ਰਤ ਤਾਂ ਫੈਲਾਉਂਦੇ ਨੇ ਰੋਜ਼, ਉਹ ਤਾਂ ਲੋਕਾਂ ਦੀਆਂ ਰਸੋਈਆਂ ਝਾਕਦੇ ਨੇ, ਲੋਕਾਂ ਦਾ ਦੇਖਦੇ ਵੀ ਤੁਹਾਡੇ ਫਰਿੱਜ 'ਚ ਮੀਟ ਤਾਂ ਨਹੀਂ ਪਿਆ, ਤੇ ਲੋਕਾਂ ਨੂੰ ਕਹਿੰਦੇ ਤੁਹਾਡੇ ਕੱਪੜਿਆਂ ਤੋਂ ਪਛਾਣੇ ਜਾਂਦੇ ਹੋ। ਉਹ ਨਫ਼ਰਤ ਦੇ ਵਾਸਤੇ ਪਛਾਣਨ ਦੀ ਗੱਲ ਸੀ ਸਿੱਧੀ ਹੋਈ। ਸੋ ਇਸ ਕਰਕੇ ਉਹਨਾਂ ਨੇ ਇਸ ਤੋਂ ਅੱਗੇ ਉਹਨਾਂ ਨੇ ਇੱਕ ਗੱਲ ਹੋਰ ਕਹੀ, ਉਹਨੇ ਕਿਹਾ ਕਿ ਤੁਸੀਂ ਸਾਰੀ ਜਿਹੜੀ ਦੇਸ਼ ਦੀ ਦੌਲਤ ਹੈ ਉਹ ਇਕੱਠੀ ਕਰਕੇ ਕੁਝ ਕਾਰਪੋਰੇਟ ਹਾਊਸਾਂ ਦੇ ਹਵਾਲੇ ਕਰ ਰਹੇ ਹੋਗੇ, ਜਦ ਕਿ ਇਹਦੇ ਉੱਤੇ ਆਮ ਲੋਕਾਂ ਦਾ, ਮਜ਼ਦੂਰਾਂ ਦਾ, ਕਿਸਾਨਾਂ ਦਾ, ਦੁਕਾਨਦਾਰਾਂ ਦਾ, ਛੋਟੇ ਬਿਜ਼ਨਸਮੈਨ ਦਾ ਤੇ ਛੋਟੇ ਕਾਰਖਾਨੇਦਾਰ ਦਾ, ਦਰਮਿਆਨੇ ਕਾਰਖਾਨੇਦਾਰ ਦਾ, ਇਹਨਾਂ ਦਾ ਇਹਦੇ 'ਚ ਜ਼ਿਆਦਾ ਵਰਚਸਵ ਹੋਣਾ ਚਾਹੀਦਾ। ਸੋ ਇਹ ਤਿੰਨੇ ਚਾਰੇ ਜਿਹੜੇ ਮੁੱਦੇ ਉਹਨੇ ਉਠਾਏ, ਇਹ ਮੁੱਦਿਆਂ ਦੇ ਵਿੱਚੋਂ ਹੀ ਇਨਸਾਫ ਨਿਕਲਣਾ, ਇਹਨਾਂ ਮੁੱਦਿਆਂ 'ਤੇ ਰੁਜ਼ਗਾਰ ਨਿਕਲਣੇ ਨੇ, ਇਹਨਾਂ ਮੁੱਦਿਆਂ 'ਤੋਂ ਹੀ ਅੱਗੇ ਪਰਿਆਵਰਨ ਦਾ ਜਿਹੜਾ ਖਰਾਬੀ ਹੋ ਰਹੀ ਹੈ ਉਹਦਾ ਰੋਕਥਾਮ ਨਿਕਲਣੀ ਹੈ। ਸੋ ਇਹ ਜਿਹੜੇ ਉਹਨੇ ਮੁੱਦੇ ਉਠਾਏ, ਇਹਨਾਂ ਮੁੱਦਿਆਂ 'ਤੇ ਜਿਹੜੇ ਸਾਡੇ ਸਿਆਸੀ ਤੇ ਮੈਂ ਕਹਾਂਗਾ ਪ੍ਰਸ਼ਾਸਨਿਕ ਅਦਾਰੇ ਨੇ ਉਹਨਾਂ ਨੂੰ ਤੋੜ ਭੰਨ ਕਰੀ ਜਾ ਰਹੀ ਹੈ, ਉਹ ਤੋੜ ਭੰਨ ਰੁਕੇਗੀ। ਉਹਨਾਂ ਮੁੱਦਿਆਂ ਦਾ ਗੋਦੀ ਮੀਡੀਆ ਕੋਲੇ ਜਾਂ BJP ਕੋਲੇ ਜਾਂ RSS ਕੋਲੇ ਕੋਈ ਜਵਾਬ ਨਹੀਂ ਸੀ। ਇਸ ਕਰਕੇ ਉਹ ਇਹਦੀ ਟੀ-ਸ਼ਰਟ ਹੈ ਜੀ, ਇਹ ਮਹਿੰਗੀ ਹੈ ਜੀ, ਕਦੇ ਮਹਿੰਗੀ, ਕਦੇ ਇੰਨੇ ਪੈਸੇ ਦੀ ਆ, ਕਦੇ ਇੰਨੇ ਪੈਸੇ ਦੀ ਹੈ, ਕਦੇ ਇਹਦਾ ਉਹ ਜਿਹੜੇ ਕੈਂਟਰਾਂ ਜਾਂ 'ਚ ਰਾਤ ਕੱਟਦੇ ਸੀ ਉਹਨਾਂ ਦੇ ਉੱਤੇ ਕਹਾਣੀ ਪਾਉਣੀ ਸ਼ੁਰੂ ਕਰ ਦੇਣੀ। ਇਹੋ ਜਿਹੇ ਉਹਨਾਂ ਕੋਲੇ ਆਲਤੂ ਫਾਲਤੂ ਮੈਂ ਕਹਾਂਗਾ ਸਵਾਦ ਸੀਗੇ, ਕਿਉਂਕਿ ਅਸਲੀ ਗੱਲ ਉਹਦਾ ਜਵਾਬ ਜਿਹੜਾ ਹੈਂਡਆਊਟ ਉਹਨੇ ਥਾਂ ਥਾਂ 'ਤੇ ਹਰ ਭਾਸ਼ਾ ਦੇ ਵਿੱਚ ਛਪਾਇਆ ਗਿਆ, ਉਹ ਵੰਡਿਆ ਗਿਆ ਹੈ, ਉਹਦਾ ਜਵਾਬ ਕਿਉਂਕਿ ਉਹਨਾਂ ਕੋਲ ਹੈ ਨਹੀਂ ਸੀ ਇੱਕ ਪਾਸੇ। ਦੂਜੇ ਪਾਸੇ ਇਹ ਵੀ ਸੀ ਕਿ ਜਿਹੜੀ ਸਿਆਸਤ ਅੱਜ ਸਾਡੀ ਜਿਹੜੇ ਹੁਕਮਰਾਨ ਨੇ ਮੌਕੇ ਦੇ ਉਹ ਕਰ ਰਹੇ ਨੇ, ਉਹ ਸਿਆਸਤ ਵਾਕਈ ਹੀ ਲੋਕਾਂ ਨੂੰ ਵੰਡ ਰਹੀ ਹੈ, ਨਫ਼ਰਤ ਫੈਲਾ ਰਹੀ ਹੈ ਤੇ ਦੌਲਤ ਇਕੱਠੀ ਕਰਕੇ ਅੰਬਾਨੀਆਂ ਅਡਾਨੀਆਂ ਕੋਲ ਦੇ ਰਹੀ ਹੈ, ਕਾਰਪੋਰੇਟ ਨੂੰ ਦੇ ਰਹੀ ਹੈ ਤੇ ਲੋਕਾਂ ਨੂੰ ਡਰਾ ਰਹੀ ਹੈ, ਕਦੇ ਪਾਕਿਸਤਾਨ ਦੇ ਨਾਂ 'ਤੇ, ਕਦੇ ਚੀਨ ਦੇ ਨਾਂ 'ਤੇ, ਕਦੇ ਇੰਟਰਨਲ, ਕਦੇ ਐਕਸਟਰਨਲ, ਆਲੇ ਦੁਆਲੇ ਸਾਰੇ। ਸੋ ਜਦ ਤੁਹਾਡੇ ਕੋਲ ਜਵਾਬ ਕੋਈ ਨਹੀਂ, ਸਿਆਸਤ ਤੁਸੀਂ ਕਰਦੇ ਕੋਈ ਨਹੀਂ, ਸਟੇਟਸਮੈਨਸ਼ਿਪ ਦਾ ਤੁਹਾਡਾ ਕੰਮ ਕੋਈ ਨਹੀਂ ਰਹਿ ਗਿਆ, ਤੁਸੀਂ ਸਿਰਫ ਪ੍ਰੋਪੇਗੈਂਡਾ ਕਰਦੇ ਹੋ। ਤੇ ਫਿਰ ਪ੍ਰੋਪੇਗੈਂਡਾ ਜਿਹੜਾ ਗੋਬਲੀਅਨ ਪ੍ਰੋਪੇਗੈਂਡਾ ਇਹਨੂੰ ਕਹਿੰਦੇ ਆ ਅਸੀਂ, ਵੀ ਜਿਹੜਾ ਹਿਟਲਰ ਸੀ ਉਹਦਾ ਪ੍ਰੋਪੇਗੈਂਡਾ ਮੰਤਰੀ ਸੀ ਗੋਬਲਸ। ਉਹ ਗੋਬਲਸ ਝੂਠ ਕਹਿੰਦਾ, ਜਿਹੜਾ 100 ਵਾਰੀ ਚਾਹੇ ਕਿਸੇ ਚੀਜ਼ ਨੂੰ ਝੂਠ ਬੋਲ ਦੋ ਤੇ ਉਹ ਸੱਚ ਬਣ ਜਾਂਦਾ। ਸੋ ਝੂਠ ਬੋਲ ਕੇ ਸੱਚ ਬਣਾ ਰਹੇ ਸੀ, ਉਹਨਾਂ ਕੋਲ ਕੁਛ ਨਹੀਂ ਸੀ। ਪਰ ਰਾਹੁਲ ਗਾਂਧੀ ਨੇ, ਕਿਸੇ ਨੇ ਕਿਹਾ ਵੀ ਇਹ ਯਾਤਰਾ ਖਤਮ ਹੋ ਗਈ ਇਹਨਾਂ ਦੀ, ਉਹ ਕਹਿੰਦਾ ਇਹ ਖਤਮ ਨਹੀਂ ਹੋਈ, ਇਹ ਅਗਲੀ ਯਾਤਰਾ ਦੀ ਸ਼ੁਰੂਆਤ ਹੈ, ਇਹ ਇੱਕ ਪੜਾਅ ਹੈ। ਅਗਲੀ ਯਾਤਰਾ ਉਹਨਾਂ ਕੇ ਹੱਥ ਸੇ ਹੱਥ ਜੋੜੋ। ਹਾਂ, ਅਗਲੀ ਯਾਤਰਾ 'ਚ ਉਹਨੇ ਕਿਹਾ ਹੱਥ ਸੇ, ਪਹਿਲਾਂ ਕਿਹਾ ਭਾਰਤ ਜੋੜੋ, ਦਿਲਾਂ ਨੂੰ ਜੋੜੋ, ਹੁਣ ਕਿਹਾ ਹੱਥ ਤੇ ਹੱਥ ਵੀ ਜੋੜੋ। ਸੋ ਪਹਿਲਾਂ ਭਾਰਤ ਜੋੜੋ ਯਾਤਰਾ ਸੀ, ਹੁਣ ਇਹ ਹੱਥ ਨਾਲ ਹੱਥ ਜੋੜੋ ਹੈ ਕਿ ਵੀ ਲੋਕ ਜੁੜਨ, ਆਪਸ ਵਿੱਚ ਹੋਰ ਜ਼ਿਆਦਾ ਜੁੜਨ, ਇੱਕ ਦੂਜੇ ਨਾਲ ਜੱਫੀ ਪਾ ਕੇ ਗਲੇ ਮਿਲ ਕੇ ਰਹਿਣਾ। ਇਸ ਗੱਲ ਦੀ ਗੱਲ ਹੈ ਕਿ ਇਸ ਪੜਾਅ ਦੇ ਉੱਤੇ, ਇਸ ਪੜਾਅ ਦੇ ਖਾਤਮੇ ਉੱਤੇ, ਹਾਲਾਂਕਿ ਆਪਾਂ ਜੇ ਦੇਖੀਏ ਕੁਦਰਤ ਨੇ ਵੀ ਇੱਕ ਇਮਤਿਹਾਨ ਹੀ ਲੈਣ ਵਾਲੀ ਗੱਲ ਕਰੀ ਹੋਈ ਸੀ, ਬਰਫ਼ ਪੈ ਰਹੀ ਸੀ, ਤੁਸੀਂ ਦੇਖਿਆ ਕਿਵੇਂ ਬਰਫ਼ 'ਚ ਖੜਾ ਹੈ ਉਹ। ਇਹ ਗੱਲਾਂ ਜਿਹੜੀਆਂ ਨੇ ਇਹ ਸੱਚੀ ਮੁੱਚੀ ਕਿਸੇ ਦੇ ਤਿਆਗ ਦੀ ਨਿਸ਼ਾਨੀ ਹੁੰਦੇ। ਕੋਈ ਐਂ ਤਾਂ ਹੈ ਨਹੀਂ ਵੀ ਡਮਾਗੋਗੀ ਹੋਊਗੀ, ਇੰਨਾ ਚਿਰ ਚੱਲਣਾ ਤਾਂ ਕੋਈ ਡਮਾਗੋਗੀ ਨਹੀਂ। ਕਿਸਾਨਾਂ ਨੇ, ਮਹਾਰਾਸ਼ਟਰ ਨੇ ਪੈਦਲ ਚੱਲੇ ਸੀਗੇ, ਉਹਨਾਂ ਦੇ ਪੈਰਾਂ 'ਤੇ ਛਾਲੇ ਪੈ ਗਏ ਸੀ, ਉਹਨਾਂ ਨੇ ਬੱਚੇ ਜਿਨ੍ਹਾਂ ਦਾ ਇਮਤਿਹਾਨ ਹੋਣਾ ਸੀ ਉਹ ਦਿਨ ਨੂੰ ਨਹੀਂ ਚੱਲਦੇ ਸੀ, ਇਸੇ ਕਰਕੇ ਵੀ ਬੱਚਿਆਂ ਦਾ ਇਮਤਿਹਾਨ ਨਾ ਰੁਕ ਜੇ ਸਾਡੇ ਚੱਲਣ ਕਰਕੇ। ਉਹਨਾਂ ਦੀ ਥਾਂ ਥਾਂ ਤਾਰੀਫ ਹੋਈ ਸੀ। ਰਾਜਸਥਾਨ ਦੇ ਵਿੱਚ ਕਿਸਾਨ, ਮਜ਼ਦੂਰ, ਰੇਹੜੀ ਵਾਲੇ, ਰਿਕਸ਼ਾ ਵਾਲੇ, ਦੁਕਾਨਦਾਰ ਉਹ ਇਕੱਠੇ ਹੋਏ ਸੀ, ਉਹਦੀ ਤਾਰੀਫ ਹੋਈ ਸੀ। ਸੋ ਜਿੱਥੇ ਵੀ ਭਾਰਤ ਦੇ ਵਿੱਚ ਜਿਹੜਾ ਕਿਸਾਨ ਮੋਰਚਾ ਸੀ, ਸੰਯੁਕਤ ਕਿਸਾਨ ਮੋਰਚੇ ਨੇ ਜਿਹੜਾ ਇਹ ਕਿਸਾਨ ਸਟਰਗਲ ਹੈ, ਉਹਦੇ 'ਚ ਹੀ ਲੋਕ ਇਕੱਠੇ ਹੋਏ। ਸੋ ਜਿਹੜਾ ਦੇਸ਼ ਹੈ ਸਾਡਾ ਭਾਰਤ ਦੇਸ਼, ਵੱਖ-ਵੱਖ ਧਰਮਾਂ ਦੇ ਬਾਵਜੂਦ, ਜਾਤਾਂ ਦੇ ਬਾਵਜੂਦ, ਸੱਭਿਆਚਾਰ ਦੇ ਬਾਵਜੂਦ, ਬੋਲੀਆਂ ਦੇ ਬਾਵਜੂਦ ਉਹ ਇਕੱਠ ਨੂੰ ਪਸੰਦ ਕਰਦਾ। ਉਹ ਲੋਕਾਂ ਨੂੰ ਤੰਗ ਨਾ ਕਰਿਆ ਜਾਵੇ, ਪਰ ਐਜੀਟੇਟ ਵੀ ਕਰਿਆ ਜਾਵੇ। ਉਹ ਚਾਹੁੰਦਾ ਹੈ ਵੀ ਜਿਹੜੇ ਬੰਦੇ ਆਪਦੇ ਆਪ ਨੂੰ ਥੋੜ੍ਹਾ ਘਣਾ ਕਸ਼ਟ ਵੀ ਦੇਣ ਨੂੰ ਤਿਆਰ ਨੇ, ਉਹੋ ਹੀ ਦੇਸ਼ ਦਾ ਕਲਿਆਣ ਵੀ ਕਰ ਸਕਣਗੇ, ਕਿਉਂਕਿ ਜਿਹੜੇ ਆਪਦੇ ਸੁੱਖ ਆਰਾਮ 'ਚ ਹੀ ਪਏ ਹੋਏ ਨੇ ਉਹ ਕਲਿਆਣ ਨਹੀਂ। ਸੋ ਇੱਕ ਤਾਂ ਇਹ ਹੈ, ਇਹਦਾ ਜਵਾਬ ਨਹੀਂ ਸੀ, ਇਹ ਇੱਕ ਅਲਟਰਨੇਟਿਵ ਮੈਂ ਕਹਾਂਗਾ, ਇੱਕ ਵਿਕਲਪ। ਕਾਂਗਰਸ ਦੇ ਵਿੱਚ ਵੀ, ਕਾਂਗਰਸ ਦੇ ਵਿੱਚ ਕਿਹੜੇ ਨੇਤਾ ਇਹ ਜਿਹੜੇ ਬਹੁਤ ਜ਼ਿਆਦਾ ਉਹ ਨੇ, ਉਹ ਵੀ ਆਰਮ ਚੇਅਰ ਬਣੇ ਹੋਏ ਨੇ ਪੋਲੀਟੀਸ਼ੀਅਨ,
ਦੂਜਾ ਉਹਨੇ ਜਿਹੜਾ ਅੱਜ ਇੱਕ ਹੋਰ ਗੱਲ ਜਿਹੜੀ ਕਰੀ ਵੀ ਵਿਰੋਧੀ ਪਾਰਟੀਆਂ ਨੂੰ ਸੱਦਾ ਦਿੱਤਾ ਸੀ, ਉਹ ਕਾਂਗਰਸ ਪਾਰਟੀ ਨੂੰ ਵੀ ਆਓ ਆਪਾਂ ਉੱਥੇ ਬੈਠੀਏ। ਇੰਨਾ ਮੌਸਮ ਖਰਾਬ ਹੋਣ ਦੇ ਬਾਵਜੂਦ, ਇੰਨੇ ਹਾਲਾਤ ਖਰਾਬ ਹੋਣ ਦੇ ਬਾਵਜੂਦ ਦੇਸ਼ ਦੇ ਵਿੱਚ ਇੱਕ ਕਿਸਮ ਦਾ ਭੁਚਾਲ ਜਿਹੜਾ ਕੱਲ੍ਹ ਦਾ ਆਇਆ ਹੋਇਆ, ਪਰਸੋਂ ਦਾ 25 ਤਰੀਕ ਤੋਂ, ਉਹਦੇ ਬਾਵਜੂਦ ਕਈ ਪਾਰਟੀਆਂ ਉਹਦੇ ਕੋਲ ਗਈਆਂ ਨੇ। ਜਿਵੇਂ ਝਾਰਖੰਡ ਮੁਕਤੀ ਮੋਰਚਾ ਵਾਲੇ ਗਏ ਨੇ, DMK ਗਈ ਹੈ, ਉਹਦੇ ਵਿੱਚ PDP ਗਈ ਹੈ, ਉਹਦੇ 'ਚ CPI ਗਈ ਹੈ, ਉਹਦੇ 'ਚ BSP ਗਈ ਹੈ, ਉਹਦੇ 'ਚ ਨੈਸ਼ਨਲ ਕਾਨਫਰੰਸ ਗਈ ਹੈ, ਉਹਦੇ 'ਚ ਜਿਹੜੀ ਹੈਗੀ ਆਪਣੀ ਇਹ RSP ਗਈ ਹੈ, IUML ਗਈ ਹੈ। ਸੋ ਉਦੋਂ ਠਾਕਰੇ ਦੀ ਪਾਰਟੀ ਗਈ ਹੈ, ਉਦੋਂ ਠਾਕਰੇ ਦੀ ਪਾਰਟੀ ਵੀ ਗਈ ਹੈ। ਤੇ ਇਸ ਕਰਕੇ ਇਹ ਤੋਂ ਇਹ ਲੱਗਦਾ ਹੈ ਵੀ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ 'ਚੋਂ ਕਈ ਤਾਂ ਬੜੀਆਂ ਤਾਕਤਵਰ ਵੀ ਨੇ। ਜੇ ਅਸੀਂ ਦੇਖੇ ਝਾਰਖੰਡ ਮੁਕਤੀ ਮੋਰਚੇ ਵਾਲੇ ਕੋਈ ਛੋਟੀ ਗੱਲ ਨਹੀਂ ਹੈ। DMK ਆਪਣੇ ਆਪ 'ਚ ਇਹ ਨਹੀਂ ਦੋਏ ਇਹ ਰਾਜ ਕਰਦੇ ਨੇ ਆਪਦੀ ਆਪਦੀ ਸਟੇਟ 'ਚ। ਇਸੇ ਤਰ੍ਹਾਂ ਹੀ ਜਿਹੜਾ ਉਧਮ ਠਾਕਰੇ ਦੀ ਪਾਰਟੀ ਉਹ ਰਾਜ ਕਰਦੀ ਰਹੀ ਹੈ, ਉਹ ਗੱਲ ਵੱਖਰੀ ਆ ਵੀ ਹੁਣ ਸ਼ਿੰਦੇ ਬਿਹਾਰ ਦੇ ਵਿੱਚ ਨਿਤਨ ਦੀ ਪਾਰਟੀ। ਸੋ ਮੈਨੂੰ ਐਂ ਲੱਗਦਾ ਹੈ ਵੀ ਦੇਸ਼ ਦੇ ਵਿੱਚ ਇਦਾਂ ਹੀ ਉਹ ਜਿਹੜੇ NC ਵਾਲੇ ਤੇ PDP ਵਾਲੇ ਨੇ ਉਹ ਆਪਦੇ ਉੱਥੇ ਰਾਜ ਤਾਂ ਕਰਦੇ ਰਹੇ ਨੇ ਤੇ ਉਹੀ ਪਾਰਟੀਆਂ ਉਹ ਮੁੱਖ ਨੇ। ਸੋ CPI ਕੋਈ ਐਂ ਤਾਂ ਹੈ ਨਹੀਂ, CPI ਦਾ ਆਪਦਾ ਇੱਕ ਕਦਮ ਉੱਤੇ ਠੀਕ ਹੈ ਗਿਣਾਤਮਕ ਤੌਰ ਤੇ ਉੱਦਾਂ, ਪਰ ਫਿਲਾਸਫੀ ਦੇ ਤੌਰ ਤੇ CPI ਵੀ ਇੱਕ ਬੜੀ ਨੈਸ਼ਨਲ ਲੈਵਲ ਤੇ ਕੰਮ ਕਰਦੀ ਰਹੀ ਹੈ, ਬੜਾ ਕੈਡਰ ਉਹਨੇ ਬਿਲਡ ਕਰਿਆ। ਸੋ ਮੈਨੂੰ ਇਹ ਲੱਗਦਾ ਵੀ ਕਿਤੇ ਨਾ ਕਿਤੇ ਦੇਸ਼ ਦੇ ਵਿੱਚ ਜਿਹੜੀ ਟੁੱਟ ਭੱਜ ਸੀ ਪਾਰਟੀਆਂ ਦੀ, ਇੱਕ ਤਾਂ ਉਹਦੀ ਬਜਾਏ ਉਹ ਏਕੇ ਵੱਲ ਨੂੰ ਵੀ ਸਾਰੇ ਆਪਦੀ ਥਾਂ ਤੇ ਆਪਦਾ ਹੱਕ ਮੰਨਦੇ ਹੋਏ, ਆਪਦੀ ਆਜ਼ਾਦੀ ਰੱਖਦੇ ਹੋਏ, ਆਪਦੀ ਖੁਦ ਮੁਖਤਿਆਰੀ ਰੱਖਦੇ ਹੋਏ ਫਿਰ ਵੀ ਇੱਕ ਤਾਂ ਇਹ ਸੰਦੇਸ਼ ਮਿਲਿਆ। ਦੂਜਾ ਇਹ ਮਿਲਿਆ ਕਿ ਜਾਤ ਧਰਮ ਸਭ ਕੁਝ ਹੋਣ ਦੇ ਬਾਵਜੂਦ ਭਾਰਤੀ ਇੱਕ ਨੇ, ਇਹਨਾਂ ਨੂੰ ਏਕਾ ਆਪਸੀ 'ਚ ਇੱਕ ਆਪਦਾ ਸਭ ਕੁਝ ਰੱਖਦੇ ਹੋਏ ਫਿਰ ਵੀ ਏਕਾ। ਤੀਜਾ ਇਹ ਮਿਲਿਆ ਕਿ ਸਰੋਤ ਕਿੱਧਰ ਨੂੰ ਜਾਣ, ਸਰੋਤ ਉਹਨਾਂ ਡਿਫਾਈਨ ਕਰਤਾ ਵੀ ਆ ਜਿਹੜਾ ਤੁਸੀਂ ਕਾਰਪੋਰੇਟ ਨੂੰ ਸਭ ਕੁਝ ਦੇਈ ਜਾਂਦੇ ਹੋ ਗਲਤ ਹੈ। ਉਂਝ ਵੀ ਆਮ ਕਹਿੰਦੇ ਹੁੰਦੇ ਡੋਂਟ ਪੁੱਟ ਯੋਰ ਆਲ ਐਗਸ ਇਨ ਵਨ ਬਾਸਕਟ। ਜੇ ਤੁਸੀਂ ਇੱਕ ਕੋਲ ਰੱਖੋਗੇ ਉਹ ਗਿਆ ਮਰ, ਜਿਵੇਂ ਹੁਣ ਅਡਾਨੀ ਦਾ ਰੌਲਾ ਹੀ ਪਿਆ ਹੋਇਆ ਤੇ ਫਿਰ ਤੁਹਾਡਾ ਸਾਰੇ ਘੜੋਕਬੰਦ ਚੱਕਿਆ ਜਾਏਗਾ, ਗੜਬੜ ਹੋ ਜਾਏਗੀ, ਇੱਕ ਵਕਤ ਤੱਕ ਟਰਮਾਇਲ ਹੋ ਜਾਏਗੀ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਵੀ ਇਹ ਯਾਤਰਾ ਨੇ ਇੱਕ ਨਵੀਂ ਦਿਸ਼ਾ ਦਿੱਤੀ ਹੈ ਤੇ ਇਹ ਇੱਥੇ ਰੁਕ ਨਹੀਂ ਗਈ। ਇਹ ਹੁਣ ਅਗਲਾ ਪੜਾ ਇਹ ਚੱਲਦਾ ਰਹਿਣਾ। ਇਹਦੇ ਵਿੱਚੋਂ ਦੇਸ਼ ਨੂੰ ਜਿਵੇਂ ਆਜ਼ਾਦੀ ਦੀ ਲਹਿਰ ਚੱਲੀ ਸੀ ਉਸ ਤਰ੍ਹਾਂ ਦਾ ਕੋਈ, ਔਰ ਇਹਦੇ ਨਾਲ ਹੀ ਆ ਕੇ ਛੋਟੀਆਂ ਹੋਰ ਧਰਾਵਾਂ ਮਿਲਣਗੀਆਂ। ਜਿਵੇਂ ਕਿਸਾਨ ਦੁਬਾਰਾ ਇਕੱਠੇ ਹੋ ਰਹੇ ਨੇ, ਦਿੱਲੀ ਇਕੱਠੇ ਹੋਏ ਸੀਗੇ ਤੇ ਉਹਨਾਂ ਨੇ ਮੁੜ ਕੇ ਕਹਿਤਾ, ਰਿਕਵੈਸਟ ਕਰਤੇ, ਉਹਨਾਂ ਨੂੰ ਮਿਲੇ ਵੀ ਨੇ। ਸੋ ਮੈਨੂੰ ਇਹ ਲੱਗਦਾ ਹੈ ਵੀ ਉਹ ਜਿਹੜੀਆਂ ਔਰ ਬਹੁਤ ਸਾਰੇ ਬੁੱਧੀਜੀਵੀ ਜਿਨ੍ਹਾਂ ਦਾ ਸਿੱਧਾ ਕੋਈ ਤਾਲੁਕ ਨਹੀਂ ਸੀ, ਰਘੂਰਾਮ ਰਾਜਨ ਉਹਦਾ ਕੋਈ ਕਾਂਗਰਸ ਨਾਲ ਦਾ ਤਾਲੁਕ ਨਹੀਂ ਹੈ, ਮੇਧਾ ਪਾਟਕਰ ਜਿਹੜੀ ਕਦੀ ਕਾਂਗਰਸ ਦੇ ਨਾਲ ਸਪੋਰਟ ਨਹੀਂ ਰਹੀ। ਸੋ ਉਸ ਤਰੀਕੇ ਨਾਲ ਬਹੁਤ ਸਾਰੇ ਬੁੱਧੀਜੀਵੀ ਆ ਰਹੇ ਨੇ। ਸੋ ਮੈਨੂੰ ਐਂ ਲੱਗਦਾ ਵੀ ਜਿਹੜੇ ਵੀ ਲੋਕ ਦੇਸ਼ ਨੂੰ ਠੀਕ ਦਿਸ਼ਾ 'ਚ ਲੈ ਕੇ ਜਾਣਾ ਚਾਹੁੰਦੇ ਨੇ ਉਹ ਕਿਸੇ ਨਾ ਕਿਸੇ ਤਰ੍ਹਾਂ ਰਾਹੁਲ ਗਾਂਧੀ ਦੇ ਆਲੇ ਦੁਆਲੇ ਨੇੜੇ ਤੇੜੇ ਆ ਰਹੇ ਨੇ ਤੇ ਉਹਨੂੰ ਠੀਕ ਸਮਝ ਰਹੇ ਨੇ। ਇਹ ਚੰਗਾ ਸਗਨ ਹੈ, ਦੇਸ਼ ਵਾਸਤੇ ਸ਼ੁਭ ਸਗਨ ਹੈ। ਇਸ ਤੋਂ ਅੱਗੇ ਡਾਕਟਰ ਸਾਹਿਬ ਚੱਲਦੇ ਆ, ਜਿਹੜਾ ਤੁਸੀਂ ਹੁਣੇ ਜ਼ਿਕਰ ਕੀਤਾ ਅਡਾਨੀ ਦਾ, ਗੌਤਮ ਅਡਾਨੀ ਨੇ ਜਿਹੜਾ ਹਿਡਨਬਰਗ ਨੇ ਇਹ ਉਹਦੇ ਫਰਾਡ ਦੇ ਉੱਪਰ ਚਰਚਾ ਕੀਤੀ ਸੀ, ਉਹਦਾ ਜਵਾਬ ਦਿੱਤਾ। ਜਵਾਬ ਦਿੰਦੇ ਨਾਲ ਉਹਨਾਂ ਇੱਕ ਗੱਲ ਤੇ ਜ਼ੋਰ ਦਿੱਤਾ ਵੀ ਇਹ ਭਾਰਤ ਦੇ ਉੱਪਰ ਹਮਲਾ ਹੈ, ਤੇ ਦੂਜੇ ਪਾਸੇ ਹਿਡਨਬਰਗ ਨੇ ਕਿਹਾ ਵੀ ਇਹ ਭਾਰਤ ਉੱਪਰ ਤੁਸੀਂ ਕਿ ਹਮਲਾ ਜਾਂ ਭਾਰਤ ਦੇ ਝੰਡੇ ਹੇਠਾਂ ਆਪਣੇ ਫਰਾਡ ਨਹੀਂ ਛੁਪਾ ਸਕੋਗੇ। ਇਹ ਸਾਰੀ ਪ੍ਰਕਿਰਿਆ ਨੂੰ ਤੁਸੀਂ ਕਿਵੇਂ ਦੇਖਦੇ ਹੋ? ਬਿਲਕੁਲ ਠੀਕ ਹੈ। ਜਿੱਥੋਂ ਤੱਕ ਸਵਾਲ ਹੈ, ਅੱਜ ਇੰਡੀਅਨ ਐਕਸਪ੍ਰੈਸ 'ਚ ਖਬਰ ਵੀ ਛਪੀ ਹੈ ਫਰੰਟ ਪੇਜ ਤੇ ਕਿ ਇਹ ਕਹਿੰਦਾ ਹੈ ਕਿ ਇਹ ਭਾਰਤ ਤੇ ਹਮਲਾ ਹੈ ਅਡਾਨੀ ਨੇ। ਪਰ ਇਹ ਕਹਿਣਾ ਆਪਣੇ ਆਪ 'ਚ ਇਹ ਸਾਬਤ ਕਰਦਾ ਹੈ ਕਿ ਅਡਾਨੀ ਸਮਝਦਾ ਮੈਂ ਭਾਰਤ ਦਾ ਮਾਲਕ ਹਾਂ। ਰਾਹੁਲ ਤਾਂ ਇਹੀ ਕਹਿੰਦਾ ਸੀ ਵੀ ਰਾਜ ਤਾਂ ਅਡਾਨੀ ਕਰ ਰਿਹਾ, ਲੋਕ ਕਹਿਣ ਲੱਗੇ ਸੀ ਹੁਣ ਤਾਂ ਵੀ BJP ਥੋੜ੍ਹਾ ਰਾਜ ਕਰ ਰਹੀ ਹੈ, ਮੋਦੀ ਜੀ ਥੋੜ੍ਹਾ ਕਰ ਰਹੇ ਨੇ, ਮੋਦੀ ਜੀ ਤਾਂ ਕਠਪੁਤਲੀ ਨੇ, ਅਸਲੀ ਰਾਜ ਤਾਂ ਅਡਾਨੀ ਕਰ ਰਿਹਾ। ਤੇ ਹੁਣ ਅਡਾਨੀ ਨੇ ਆਪ ਹੀ ਕਹਿ ਕੇ ਕਹਤਾ, ਕਿਉਂਕਿ ਮੋਦੀ ਜੀ ਕਹਿੰਦੇ ਨੇ ਕਿ ਜੇ ਮੋਦੀ ਜੀ ਦਾ ਕੋਈ ਵੀ ਆਲੋਚਨਾ ਕਰਦਾ ਹੈ ਉਹ ਕਹਿੰਦੇ ਇਹ ਰਾਸ਼ਟਰ ਦੀ ਆਲੋਚਨਾ ਹੈ, ਇਹ ਰਾਸ਼ਟਰ ਦਾ ਵਿਰੋਧ ਹੈ। ਸੋ ਇਹਦਾ ਮਤਲਬ ਹੁਣ ਮੋਦੀ ਜੀ ਦੀ ਥਾਂ ਤੇ ਆ ਗਿਆ ਅਡਾਨੀ, ਜਿਹੜਾ ਐਕਚੁਅਲ ਮਾਲਕ ਬਣਿਆ ਬੈਠਾ ਦੇਸ਼ ਦਾ, ਕਿਉਂਕਿ ਸਾਰੀ ਸੰਪਤੀ ਤਾਂ ਉਹਦੇ ਕੋਲ ਹੈ। ਤੇ ਉਹ ਕਹਿੰਦਾ ਵੀ ਹੁਣ ਜੇ ਮੇਰੇ ਤੇ ਹਮਲਾ ਕਰਦਾ ਤਾਂ ਦੇਸ਼ ਤੇ ਹਮਲਾ ਹੈ। ਸੋ ਇਹ ਤੋਂ ਆਪਣੇ ਆਪ ਹੀ ਇੱਕ ਤਾਂ ਸਾਬਤ ਕਰ ਗਿਆ ਵੀ ਵਾਕਈ ਉਹ ਕੁਛ ਨਾ ਕੁਛ ਤੂਤੀ ਬੋਲਦੀ ਹੈ ਸਰਕਾਰ ਦੇ ਵਿੱਚ, ਸਰਕਾਰ ਨੂੰ ਉਹੀ ਚਲਾਉਂਦਾ, ਆਪਦੀ ਮਰਜ਼ੀ ਕਰਾਉਂਦਾ ਹੈ। ਦੂਜੇ ਪਾਸੇ ਜਿਹੜਾ ਉਹਦੇ ਉੱਤੇ ਉਹਦੇ ਜੋ ਕੁਛ ਸਾਹਮਣੇ ਆਈ ਗਿਆ ਲੋਕਾਂ ਦੇ, ਉਹ 'ਚ ਬਹੁਤਾ ਨਹੀਂ ਆਪਾਂ ਜਾਵਾਂਗੇ। ਪਰ ਜਿਹੜਾ ਹਿੰਡਨਬਰਗ ਨੇ ਜਵਾਬ ਦਿੱਤਾ ਹੈ ਉਹ ਵੀ ਬੜਾ ਕਮਾਲ ਦਾ ਹੈ। ਉਹ ਮੈਂ ਕਹਾਂਗਾ 21 ਦੇ 31 ਪਾਉਣਾ। ਉਹਨਾਂ ਨੇ ਕਿਹਾ ਵੀ ਪਹਿਲੀ ਗੱਲ ਆ ਮੂੰਹ ਜਾਂ ਨਾ ਲਕੋ ਕਿ ਤੁਸੀਂ ਤਿਰੰਗੇ ਝੰਡੇ ਦੇ ਉਹਦੇ ਲੁਕ ਕੇ ਆਪਦੇ ਆਪ ਨੂੰ ਬਚਾ ਨਹੀਂ ਸਕਦੇ, ਆਪਦੇ ਕੁਕਰਮਾਂ ਨੂੰ। ਜਿਵੇਂ ਹੁੰਦਾ ਨਾ ਕੋਈ ਬੰਦਾ ਕਹਿੰਦੇ ਨੇ ਵੀ ਤੁਸੀਂ ਆਪਦਾ ਕੋਈ ਚੋਗਾ ਪਾ ਕੇ ਕਿਸੇ ਖਾਸ ਕਿਸਮ ਦਾ ਦਿਖਾਵਾ ਕਰਕੇ ਤੁਸੀਂ ਆਪਦੇ ਪਾਪਾਂ ਨੂੰ ਨਹੀਂ ਧੋ ਸਕਦੇ। ਤੇ ਲੋਕੀ 8 ਤੀਰਥ ਨਾਈ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੈ
ਲੋਕੀ ਅਕਸਰ ਤੀਰਥ ਨਾਈ ਕੌਰਾ ਪੰਤ ਉਹ ਨਾ ਜਾਈ, ਉਹਨੂੰ ਉਹ ਤੀਰਥਾਂ 'ਚ ਨਹਾਉਣ ਨਾਲ ਥੋੜ੍ਹਾ ਸਾਫ਼ ਹੋ ਜਾਣਾ। ਸੋ ਝੰਡੇ ਦਾ ਯਾਨੀ ਕਿ ਦੇਸ਼ ਦਾ ਸਹਾਰਾ ਐਂ ਲੈ ਕੇ ਤੇ ਉਹਨੂੰ ਵਿਦੇਸ਼ੀ ਕਰਕੇ ਤੇ ਉਹੀ ਪਾੜੋ ਵਾਲੀ ਰਾਜਨੀਤੀ ਵੀ ਦੂਜਿਆਂ ਦੇ ਉਲਟ ਗੱਲ ਕਰੋ, ਉਹਦੇ ਕਰਕੇ ਅਡਾਨੀ ਦੇ ਜਿਹੜੇ ਪਾਪ ਨੇ ਉਹ ਰੁਕ ਨਹੀਂ ਸਕਦੇ, ਜਿਹੜੇ ਲੋਕਾਂ ਦੇ ਸਾਹਮਣੇ ਜੱਗਰ ਹੋਏ ਨੇ। ਔਰ ਉਹਨਾਂ ਨੇ ਬੜਾ ਸਪਸ਼ਟ ਕਿਹਾ, ਜਿਹਦਾ ਪਹਿਲਾਂ ਤਾਂ ਇਹਨਾਂ ਨੇ ਉਹਦੇ ਸਵਾਲਾਂ ਦਾ ਪਹਿਲਾਂ ਜਵਾਬ ਨਹੀਂ ਦਿੱਤਾ ਸੀ, ਫਿਰ ਇਹਨਾਂ ਨੇ ਕਿਹਾ ਸੀ ਤੁਹਾਡੇ ਤੇ ਮੁਕੱਦਮਾ ਕਰਾਂਗੇ, ਉਹ ਕਹਿੰਦਾ ਜ਼ਰੂਰ ਆ ਕੇ ਕਰੋ। ਇਹਨਾਂ ਨੇ ਤਾਂ 2 ਦਿਨ ਬਾਅਦ ਕਿਹਾ ਮੁਕੱਦਮਾ ਕਰਾਂਗੇ, ਉਹਨੇ 15 ਮਿੰਟ 'ਚ ਹੀ ਕਹਤਾ ਵੀ ਆ ਜਾਓ ਕਰੋ, ਮੈਂ ਤਾਂ ਚਾਹਣਾ ਵੀ ਕਰੋ ਕਿਉਂਕਿ ਤੁਹਾਡੇ ਹੋਰ ਕਾਗਜ਼ ਆਉਣਗੇ ਸਾਡੇ ਕੋਲੇ। ਇਹ ਗੱਲ ਮੈਂ ਉਹਦੀ ਮੈਨੂੰ ਬੜੀ ਚੰਗੀ ਲੱਗੀ, ਕਿਉਂਕਿ ਕਈ ਵਾਰੀ ਜੇ ਕੋਈ ਮੈਨੂੰ ਚੁਣੌਤੀ ਦਿੰਦਾ ਸੀ ਵੀ ਅਸੀਂ ਤਾਂ ਐਂ ਕਰ ਦਾਂਗੇ, ਇੱਕ IAS ਉਸਨੇ ਕਿਹਾ ਬੜੇ ਪੈਸੇ ਪੂਸੇ ਖਾ ਗਿਆ ਸੀ, ਮੈਂ ਕਹਿੰਦਾ ਤੁਹਾਡੇ ਤੇ ਮੁਕੱਦਮਾ ਕਰੂ, ਮੈਂ ਕਿਹਾ ਅਸੀਂ ਤਾਂ ਖੁਸ਼ ਹੋਵਾਂਗੇ ਮੁਕੱਦਮਾ ਕਰੋ ਤਾਂ ਕਿ ਜਿਹੜੇ ਤੁਸੀਂ ਕਾਲੇ ਕਾਰਨਾਮੇ ਕਰੇ ਨੇ ਉੱਥੇ ਹੋਰ ਉਜਾਗਰ ਹੋਣਗੇ। ਔਰ ਸੱਚੀ ਮੁੱਚੀ ਇੱਕ ਨੇ ਸਾਡੇ 'ਚ ਕਰਤਾ, ਯੂਨੀਵਰਸਿਟੀ 'ਚ ਸੀਗੇ ਅਸੀਂ ਉਹਦਾ ਐਡਾ ਚਿੱਠਾ ਪੇਸ਼ ਕਰਤਾ, ਉਹਨੂੰ ਵਾਪਸ ਲੈਣਾ ਪਿਆ, ਹਾੜੇ ਕੱਢ ਕੇ ਵਾਪਸ ਲਿਆ। ਸੋ ਜ਼ਿਆਦਾ ਇਹ ਜਿਹੜਾ ਬੰਦਾ ਏਡੀ ਵੱਡੀ ਠੱਗੀ ਕਰੇ, ਜਿਹੜਾ ਬੰਦਾ ਇਨਫਲੇਟ ਕਰਕੇ ਆਪਦੀ ਪ੍ਰਾਈਸ ਦੱਸੀ ਜਾਵੇ, ਜਿਹੜਾ ਬੰਦਾ ਮੈਨੂਪੂਲੇਟ ਕਰੇ ਮਾਰਕੀਟ ਨੂੰ, ਜਿਹੜਾ ਬੰਦਾ ਆਪਦੀ ਜਿਹੜੀ ਜਾਇਦਾਦ ਆ ਉਹਦੀ ਵੱਧ ਕੀਮਤ ਦੱਸ ਕੇ ਕਰਜ਼ੇ ਲਈ ਜਾਵੇ, ਜਿਹੜਾ ਬੰਦਾ ਕੰਪਨੀ 9,000 ਕਰੋੜ ਦੀ ਹੋਵੇ ਤੇ ਉਹਦੇ 11,000 ਕਰੋੜ ਦਾ ਕਰਜ਼ਾ ਲੈ ਲੇ, ਬੈਂਕਾਂ ਦੇ ਦੇਣ, ਉਹ ਫਿਰ ਜਦ ਐਕਸਪੋਜ਼ ਹੋਣਗੇ ਜਾਂ ਸਾਹਮਣੇ ਜੱਗਰ ਹੋਣਗੇ ਫਰਾਡ, ਉਹਦੇ 'ਚ ਗੜਬੜ ਤਾਂ ਹੋਏਗੀ। ਸੋ ਉਹਨਾਂ ਨੇ ਉਹ ਜਵਾਬ ਦਿੱਤਾ। ਹੁਣ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਤੁਹਾਨੂੰ ਅਸੀਂ ਸਵਾਲ ਕਰੇ ਸੀ ਉਹਨਾਂ 'ਚੋਂ ਤੁਸੀਂ 15-20 ਦਾ ਜਵਾਬ 22 ਦਾ ਜਵਾਬ ਦਿੱਤਾ, ਬਾਕੀ ਤਾਂ ਜਵਾਬ ਹੀ ਨਹੀਂ ਦਿੱਤਾ। ਤੁਸੀਂ ਕੱਲੇ ਸਵਾਲ ਦਾ ਜਵਾਬ ਦਿਓ, ਔਰ ਜਿਹੜੇ ਦਿੱਤੇ ਵੀ ਜਵਾਬ ਨੇ ਉਹ ਵੀ ਗੋਲ ਮੋਲ ਨੇ। ਔਰ ਇਹ ਕੋਈ ਇਹੀ ਨਹੀਂ ਵੀ ਉਹੀ ਕਹਿ ਰਹੇ ਨੇ। ਅੱਜ ਦੀਆਂ ਅਖਬਾਰਾਂ ਪੜ੍ਹ ਲਓ ਆਪਾਂ, ਅੱਜ ਦੀਆਂ ਅਖਬਾਰਾਂ 'ਚ ਜਿਹੜਾ ਸਪਸ਼ਟ ਹੈ, ਅਡਾਨੀ ਨੇ ਦੱਸਿਆ ਵੀ ਅਸੀਂ ਆਹ ਕਿਹਾ, ਜੋ ਕੁਛ ਉਹ ਆਪ ਕਹਿੰਦੇ ਨੇ ਅਡਾਨੀਜ਼ ਜਿਹੜੇ ਉਹਨਾਂ ਦੇ ਬੁਲਾਰੇ ਨੇ, ਜਿਹੜਾ ਕੁਛ ਉਹ ਕਹਿੰਦੇ ਵੀ ਅਸੀਂ ਆਹ ਕਿਹਾ ਉਹੀ ਦੱਸਦਾ ਵੀ ਤਾਂ ਗੋਲ ਮੋੜ ਹੈ। ਉਹ ਤਾਂ ਸਿੱਧੀ ਗੱਲ, ਅਸੀਂ ਬੜੇ ਇਮਾਨਦਾਰ ਹਾਂ, ਅਸੀਂ ਕਿਹੜਾ ਉਹਨਾਂ ਨੂੰ ਜਵਾਬ ਦੇ ਹਾਂ, ਅਸੀਂ ਤਾਂ ਬੜੇ ਪਾਰਦਰਸ਼ੀ ਹਾਂ, ਅਸੀਂ ਤਾਂ ਲੋਕਾਂ 'ਚ ਪਾਰਦਰਸ਼ਤਾ ਵਾਸਤੇ ਜਵਾਬ ਦੇ ਰਹੇ ਹਾਂ, ਉਹਨਾਂ ਨੂੰ ਤਾਂ ਅਸੀਂ ਕੋਈ ਜਵਾਬ ਹੀ ਨਹੀਂ ਦੇਣਾ। ਇਹੋ ਜਿਹੀਆਂ ਗੱਲਾਂ ਕੋਈ ਮਤਲਬ ਹੈ? ਕੋਈ ਕਹੀ ਜਾਵੇ ਮੈਂ ਬੜਾ ਇਮਾਨਦਾਰ ਹਾਂ ਜੀ, ਮੈਂ ਬੜਾ ਦੁਨੀਆ ਜਾਣਦੀ ਹੈ ਜੀ ਮੈਨੂੰ, ਇਹ ਕੋਈ ਜਵਾਬ ਨਹੀਂ। ਉਹ ਕਹਿੰਦਾ ਜੀ ਤੁਸੀਂ ਆਹ ਪੈਸੇ ਐਂ ਖਾਧੇ ਨੇ, ਉਹ ਜਵਾਬ ਦੇਵੇ ਕਿ ਦੇਖੋ ਜੀ ਆਹ ਪੈਸੇ ਸੀ, ਐਂ ਸੀਗੇ, ਇਹ ਤੁਸੀਂ ਗਲਤ ਕਹਿਣੋ ਕਿ ਮੈਂ ਖਾਧੇ ਨੇ, ਨਹੀਂ ਖਾਧੇ ਗਏ। ਇਸ ਕਰਕੇ ਅਡਾਨੀ ਸਾਹਿਬ ਨੂੰ ਜਾਂ ਉਹਨਾਂ ਦੇ ਕਾਰਪੋਰੇਟ ਅਦਾਰਿਆਂ ਨੂੰ ਇਹ ਜਵਾਬ ਦੇਣਾ ਪਏਗਾ ਕਿ ਤੁਸੀਂ ਕਹਿੰਦੇ ਵੀ ਆਹ ਅਕਾਊਂਟਸ ਦੀ ਫਰਮ ਤਾਂ ਐਡੀ ਛੋਟੀ ਵੱਡੀ ਸੀ, ਆਹ ਦੇਖ ਲਓ ਆਹ 2 ਕੰਪਨੀਆਂ ਦਾ ਸੀ, ਇਹ ਤੋਂ ਅਕਾਊਂਟ ਕਰਨਾ ਸੀ, ਇੰਨੇ ਦਾ ਅਕਾਊਂਟ ਸੀ, ਇਹ ਫਰਮ ਤਾਂ ਛੋਟੀ ਹੈ ਨਹੀਂ ਸੀ ਜਾਂ ਤਾਂ ਇਹ ਸਾਬਤ ਕਰੇ। ਉਹ ਕਹਿਤਾ ਗੋਲ ਜੀ ਗੱਲ ਕਰਕੇ ਵੀ ਨਹੀਂ ਉਹ ਫਰਮ ਬੜੀ ਆਇਆ ਫਲਾਣਾ। ਫਿਰ ਇਹਨਾਂ ਨੂੰ ਕਹਿਤਾ ਵੀ ਇਹ ਵੀ ਇਹੋ ਜਿਹੇ ਨੇ, ਉਹ ਦੂਜੇ ਤੋਂ ਮਿਹਣਾ। ਮਤਲਬ ਦੂਜਾ ਉਹਨਾਂ ਨੇ ਇਹ ਨਹੀਂ ਦੱਸਿਆ ਵੀ ਵਾਕਈ ਅਸੀਂ ਕਰਜ਼ਾ ਇੰਨਾ ਜ਼ਿਆਦਾ ਲਿਆ ਹੋਇਆ। ਤੀਜਾ ਉਹਨਾਂ ਨੇ ਇਹ ਨਹੀਂ ਦੱਸਿਆ ਵੀ ਹਾਂ ਅਸੀਂ ਕਹਿੰਦੇ ਸੀ ਵੀ ਰਾਜ ਅਡਾਨੀ ਦਾ ਤੇ ਵਿਨੋਦ ਅਡਾਨੀ ਦਾ ਕੋਈ ਸਾਡੇ ਨਾਲ ਤਾਲੁਕ ਨਹੀਂ ਹੈ, ਪਰ ਸਾਡੇ ਓਵਰਸੀਜ਼ ਬਿਜ਼ਨਸ ਸਾਂਭਦੀ ਉਹ ਨੇ। ਚੌਥਾ ਉਹਨਾਂ ਨੇ ਇਹ ਵੀ ਨਹੀਂ ਦੱਸਿਆ ਵੀ ਵਾਕਈ ਅਸੀਂ ਜਿਹੜੇ ਟੈਕਸ ਹੈਵਨ ਜਿਹਨੂੰ ਕਹਿੰਦੇ ਨੇ, ਹਾਂਜੀ, ਕਰ ਸਵਰਗ, ਜਿੱਥੇ ਕੋਈ ਕਰ ਹੀ ਨਹੀਂ ਲੱਗਦਾ, ਅਸੀਂ ਉੱਥੋਂ ਦੀਆਂ ਸ਼ਾਇਦ ਕੰਪਨੀਆਂ ਦੇ ਰਾਹੀਂ ਅਸੀਂ ਸਾਰਾ ਕੁਝ ਕਰਦੇ ਰਹੇ ਹਾਂ। ਸੋ ਜਦ ਤੁਸੀਂ ਇਹ ਦੱਸਣਾ ਹੀ ਨਹੀਂ, ਉਹਨਾਂ ਨੇ ਕਿਤੇ ਨਹੀਂ ਦੱਸਿਆ ਵੀ ਅਸੀਂ ਇਹ ਸ਼ੇਅਰ ਇੰਨਾ ਕਿਵੇਂ ਵਧਾਤਾ, ਉਹਨਾਂ ਨੇ ਇਸ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ। ਇਹਨਾਂ ਨੇ ਇੱਕ ਵਾਰੀ 58 ਕਰੋੜ ਦੀ ਜਾਇਦਾਦ ਖਰੀਦੀ 5 ਸਾਲਾਂ 'ਚ, ਉਹਨੂੰ 5000 ਕਰੋੜ 'ਚ ਆਪਦੀ ਕੰਪਨੀ ਨੂੰ ਵੇਚਿਆ, ਤੇ 58 ਤੋਂ 5000 ਕਰੋੜ ਕਿਵੇਂ ਬਣ ਗਿਆ। ਸੋ ਇਹ ਕਿਸੇ ਗੱਲ ਦਾ ਇਹਨਾਂ ਨੇ ਜਵਾਬ ਨਹੀਂ ਦਿੱਤਾ, ਤੇ ਇਹ ਕਿਹਾ ਕਿ ਵੀ ਅਸੀਂ ਜੀ 20,000 ਕਰੋੜ ਦਾ IPO ਜਾਰੀ ਕਰਿਆ ਸੀ, ਇਹ ਜਾਣ ਕੇ ਸਾਨੂੰ ਉਹ ਕਰਦੇ ਨੇ। ਉਹਨਾਂ ਨੂੰ ਪੁੱਛੋ ਵੀ ਤੁਸੀਂ 3112 ਰੁਪਏ ਦਾ ਕਿਹਾ ਸੀ ਵੀ ਮਿਲੂਗਾ, 2600 ਤੋਂ 2500 2600 ਤੇ ਤਾਂ ਤੁਸੀਂ ਆਪ ਹੀ ਆ ਗਏ, ਅਜੇ ਹੋਰ ਥੱਲੇ ਆ ਜਾਣਾ। ਸੋ ਇਸ ਕਰਕੇ ਇਹ ਨਹੀਂ, ਫਿਰ ਇਹ ਨਹੀਂ ਜਵਾਬ ਦਿੱਤਾ ਵੀ ਤੁਸੀਂ ਬੈਂਕਾਂ ਨੇ ਤੁਹਾਨੂੰ ਇੰਨਾ ਪੈਸਾ ਕਿਵੇਂ ਦਿੱਤਾ, ਤੁਸੀਂ ਕਿਵੇਂ ਲੈਂਦੇ ਰਹੇ, ਤੁਸੀਂ ਮੈਨੂਪੂਲੇਟ ਕਿਵੇਂ ਕਰਦੇ ਰਹੇ। ਅਸਲ ਗੱਲ ਤਾਂ ਜਵਾਬ ਤਾਂ ਦੇਣ ਜੇ ਤਾਂ ਰਲੇ ਹੋਏ ਨੇ ਚੋਰ ਤੇ ਚੌਕੀਦਾਰ। ਜੇ ਚੋਰ ਤੇ ਚੌਕੀਦਾਰ ਰਲ ਗਏ, ਕੋਈ ਅਦਾਰਾ ਬੈਂਕ ਦੇ ਡਾਇਰੈਕਟਰ ਦੀ ਕਿਆ ਹਿੰਮਤ ਹੈ ਵੀ ਇਹਨਾਂ ਨੂੰ ਨਾ ਕਰ ਦੇਣ। LIC ਦੀ ਕਿਆ ਹਿੰਮਤ ਹੈ, 87,000 ਕਰੋੜ ਰੁਪਏ ਦੇ ਹੁਣੀ ਇਹਨਾਂ ਦੇ ਬੌਂਡ ਵਗੈਰਾ ਖਰੀਦੇ ਗਏ ਨੇ, ਉਹ ਪਬਲਿਕ ਦਾ ਮਨੀ ਹੈ, ਉਹ ਪਬਲਿਕ ਮਨੀ ਖਾਧਾ ਜਾਣਾ। ਸੋ ਇਹ ਗੱਲ ਠੀਕ ਕਹੀ ਆ ਤੁਸੀਂ ਵੀ ਉਹਨੇ 21 ਦੇ 31 ਪਾਏ ਨੇ, ਉਹਨੇ ਐ ਜਿਹਨੂੰ ਕਹਿੰਦੇ ਨੇ ਵੀ ਠੋਕਮਾ ਜਵਾਬ ਦਿੱਤਾ ਹੈ ਵੀ ਆ ਜਾ ਫਿਰ ਦੇ ਜਵਾਬ। ਇਹਦੇ ਜਵਾਬ ਤਾਂ ਅਜੇ ਵੀ ਇਹਨਾਂ ਨੂੰ ਦੇਣੇ ਪੈਣਗੇ ਨਾ, ਜਿਹੜੇ ਉਹਨਾਂ ਨਵੇਂ ਸਵਾਲ ਖੜੇ ਕੀਤੇ ਆ, ਕੱਲੇ ਦਾ ਜਵਾਬ ਤਾਂ ਦੇਣੇ ਪੈਣਗੇ। ਨਾ ਦੇਣ, ਇਹਨੂੰ ਭਾਰਤੀ ਜਨਤਾ ਨੂੰ ਜਵਾਬ ਦੇਣਾ ਪੈਣਾ, ਉਹਨਾਂ ਨੂੰ ਤਾਂ ਜਵਾਬ ਦੇਣ ਨਾ ਦੇਣ, ਇੰਨਾ ਹੀ ਸਵਾਲਾਂ ਦਾ। ਹੁਣ ਤਾਂ ਇਹ ਲੋਕਾਂ 'ਚ ਆ ਗਏ, ਲੋਕਾਂ 'ਚ ਆ ਗਏ, ਤੇ ਦੇਸ਼ ਦੀ ਪਾਰਲੀਮੈਂਟ ਵੀ ਅਗਲੇ ਦਿਨਾਂ 'ਚ ਸ਼ੁਰੂ ਹੋਣਾ, ਪਾਰਲੀਮੈਂਟ 'ਚ ਸਵਾਲ ਖੜੇ ਕਰੇ ਜਾਣਗੇ ਵੀ ਇਹਨਾਂ ਤੋਂ ਲਓ ਜਵਾਬ ਜੀ, ਇੱਥੇ ਬਣਾਓ ਕਮੇਟੀਆਂ। ਮੈਂ ਕਹਾਂਗਾ, ਕੋਈ ਕੱਲ ਕਹਿ ਰਿਹਾ ਸੀ ਮੈਨੂੰ, ਕਹਿੰਦੇ ਜੇ ਤੇ ਕੋਈ ਜਾਂਚ ਹੋਊਗੀ, ਮੈਂ ਕਿਹਾ ਦੇਖੋ ਜੇ ਤਾਂ ਸਰਕਾਰੀ ਅਦਾਰਿਆਂ ਦੀ ਗੱਲ ਕਰਾਂਗੇ ਉਹ ਤਾਂ ਸਾਰੇ ਲੜੇ ਹੋਏ ਨੇ, ਸੋ ਇਹਦੇ 'ਚ ਤਾਂ ਨਿਆਇਕ ਜਾਂਚ ਹੀ ਸੁਪਰੀਮ ਕੋਰਟ ਦੇ ਜੱਜ ਸਾਹਿਬ ਤੋਂ ਕੋਈ ਕਰਾਈ ਜਾਵੇ ਤਾਂ ਜਾ ਕੇ ਇਹ ਗੱਲ, ਜਾਂ ਹਾਈ ਕੋਰਟ ਦੇ ਵੀ ਚਲੋ ਮੰਨ ਲਓ, ਤੇ ਇਹ ਤਾਂ ਕਿਸੇ ਵੱਡੇ ਨਿਆਇਕ ਜਾਂਚ ਤੋਂ ਬਗੈਰ ਤੇ ਗੱਲ ਸਾਹਮਣੇ ਨਹੀਂ ਆਉਣੀ।
पर सब तो पहला काम यह है कि जेड़े उन्हें लाए ने दोष ने सच्चे ने झूठे ने पर भी मान लो वो जेड़ा उन्हें कहा वह कला कला दुध का दुध पानी का पानी नितार के लोगों के सामने दस्तावेज पेश करे। ये अडानी दी कंपनियां दा, ये प्रबंधकों का, ये अकाउंट्स वालियां दा, इन्हां दी ये जिम्मेवारी है। हुण तक इन्हां ने वित्ती संस्थावां नूं, लेखा संस्थावां नूं, बैंकां नूं, उन्हां नूं मैं कहांगा भी दबा के जो चाहुंदे सी वो कराउंदे रहे ने सारे पासे। और ਉਹਦੇ ਵਿੱਚ ਅਡਾਨੀ ਗੈਸ, ਅਡਾਨੀ ਐਂਟਰਪ੍ਰਾਈਜ਼, ਅਡਾਨੀ 에ਅਰਪੋਰਟ, ਅਡਾਨੀ ਪੋਰਟ, ਹਰ ਚੀਜ਼ ਐਜੂਕੇਸ਼ਨ ਚ, ਹਾਂਜੀ ਡਿਫੈਂਸ ਚ, ਸਿਹਤ ਦੇ ਵਿੱਚ ਆ ਸੇਬਾਂ ਦੇ ਮਾਮਲੇ ਚ ਆਪਣਾ ਪਤਾ ਇੱਥੇ ਅਡਾਨੀ ਦੇ ਜਿਹੜੇ ਸਾਈਲੋ ਘੇਰਨ ਦੀ ਗੱਲ ਚੱਲ ਰਹੀ ਸੀ ਵੀ 70 ਰੁਪਏ ਲੈ ਕੇ ਤੇ ਅਡਾਨੀ ਦੇ ਉਹਦੇ ਵਿੱਚੋਂ ਦੀ ਸਾਰਾ ਵਿੱਚ ਨਿਕਲਦਾ 13 ਰੁਪਏ ਵੇਚਿਆ ਜਾ ਰਿਹਾ ਨਾਲ ਦੀ ਨਾਲ ਹੀ। ਸੋ ਇਸ ਕਰਕੇ ਇਹ ਜਵਾਬ ਤਾਂ ਇਹਨਾਂ ਨੂੰ ਦੇਣਾ ਹੀ ਪਊਗਾ। ਪਰ ਮੈਂ ਇੱਕ ਗੱਲ ਕਹਿ ਕੇ ਆਪਣੀ ਇਹ ਗੱਲ ਖਤਮ ਕਰਾਂਗਾ कि ये एक चंगा शगन है देश वास्ते भी। अज तक किसान कह रहा सी अंबानी अडानी लुट कर रहे हैं, जां राहुल गांधी कह रहा सी, बाकी उस तरीके नाल नहीं कह रही सी, बाबर के ईवन कांग्रेस नहीं कह रही थी। अज इन्हां ने कह के देश के बच्चे बच्चे नूं दसता भी जो किसान कह रहे सी, बाबर के भी अडानी वानी नूं नहीं असीं हुण जमीन देनी, उन्हां तां अपनियां उन्हां तां जनानियां हरियाणे च हाँ अब अडानी वानी को जमीन थोड़ा देनी है। सो ये जिहड़ा सी ये वड्डी गल हो गई कि हुण बाकी लोग भी ਜਿਹੜੇ ਮਾੜਾ ਮੋਟਾ ਇਹਨਾਂ ਦੇ ਸਮਰਥਨ ਚ ਵੀ ਸੀਗੇ ਉਹਨਾਂ ਨੂੰ ਵੀ ਪਤਾ ਲੱਗਾ ਵੀ ਠੱਗੀ ਤਾਂ ਯਾਰ ਕਿਤੇ ਹੋਈ ਹੈ। ਇਹ ਲੋਕਾਂ ਚ ਤਾਂ ਜਾਣੀ ਚ, ਮੈਂ ਕਹਿੰਦਾ ਝੂਠਾ ਦੋਸ਼ ਹੋਵੇ, ਝੂਠਾ ਦੋਸ਼ ਵੀ ਲੱਗ ਗਿਆ। ਤੁਸੀਂ ਲੋਕਾਂ ਨੂੰ ਤਾਂ ਕਹਿੰਦੇ ਹੋ ਵੀ ਆਪਦਾ ਦੋਸ਼ ਭਾਈ ਸਾਬਤ ਕਰਦੇ ਵੀ ਮੇਰੇ ਤੇ ਦੋਸ਼ ਝੂਠਾ ਹੈ, ਫਿਰ ਅਡਾਨੀ ਨੂੰ ਵੀ ਤਾਂ ਸਾਬਤ ਕਰਨਾ ਪਏਗਾ ਨਾ। ਸੋ ਉਹਨੂੰ ਸਾਬਤ ਕਰਨਾ ਬਣਦਾ ਹੈ। ਡਾਕਟਰ ਸਾਹਿਬ ਇਹ ਤੋਂ ਅੱਗੇ ਇੱਕ ਹੋਰ ਮਸਲਾ ਬੜਾ ਅਹਿਮ ਹੈ, ਉਹ ਹੈਗਾ ਸਭ ਤੋਂ ਵੱਡਾ ਪੰਜਾਬ ਚ ਕਿਹਾ ਜਾਂਦਾ ਵੀ ਘੁਟਾਲਾ ਹੈ, ਉਹ ਸਿੰਚਾਈ ਵਿਭਾਗ ਦਾ ਘੁਟਾਲਾ ਜੀ। ਜਿਹੜੀ ਵਿਜੀਲੈਂਸ ਆ ਉਹਨੇ ਪਹਿਲਾਂ ਇਹ ਸਾਰੇ ਸਾਬਕਾ ਮੰਤਰੀ, 2 ਸਾਬਕਾ ਮੰਤਰੀ ਹੈ, ਜਨਮੇਜਾ ਸਿੰਘ ਸੇਖੋਂ ਹੈ, ਚਰਨਜੀਤ ਸਿੰਘ ਢਿੱਲੋਂ ਹੈ ਤੇ 3 IAS ਅਧਿਕਾਰੀ, ਜਿਨ੍ਹਾਂ ਚ ਸਾਬਕਾ ਜਿਹੜੇ ਮੁੱਖ ਸਕੱਤਰ ਨੇ ਸਰਵੇਸ਼ ਕੌਸ਼ਲ ਹੈ, ਫਿਰ ਵਿਸ਼ੇਸ਼ ਸਕੱਤਰ ਸੀਗੇ ਜਿਹੜੇ ਪੰਜਾਬ ਦੇ KBS ਸਿੱਧੂ, ਦੈਨ ਕਾਨ ਸਿੰਘ ਪੰਨੂ। ਇਹਨਾਂ ਨੂੰ ਦੁਬਾਰਾ ਫਿਰ ਤਲਬ ਕੀਤਾ, ਇਹਨਾਂ ਕੋਲੋਂ 1 ਫਰਵਰੀ ਤੋਂ ਲੈ ਕੇ 3 ਫਰਵਰੀ ਤੱਕ ਪੁੱਛਗਿੱਛ ਕੀਤੀ ਜਾਣੀ ਚਾਹੀਦੀ, ਤੇ ਨਾਲ ਹੀ ਉਹਨਾਂ ਕਿਹਾ ਵੀ ਤੁਸੀਂ ਆਪਣਾ ਜਿੰਨੇ ਵੀ ਬੈਂਕ ਖਾਤੇ ਨੇ ਜਿਹੜਾ ਹੋਰ ਤੁਹਾਡੇ ਰਿਟਰਨਾਂ ਭਰੀਆਂ ਉਹ ਨਾਲ ਲੈ ਕੇ ਆਓ। ਤੁਸੀਂ ਲੱਗਦਾ ਵੀ ਕੀ ਅੰਜਾਮ ਹੋਏਗਾ, ਇਹ ਲੱਗੇਗਾ ਸੱਚਾਈ ਘੁਟਾਲਾ ਕਿਸੇ ਕਿਨਾਰੇ? ਦੇਖੋ ਜਿੱਥੇ ਤੱਕ ਸਵਾਲ ਹੈ ਵੀ ਘੁਟਾਲਾ ਤਾਂ ਇਹ ਹੋਇਆ ਹੀ ਹੈ, ਇਹ ਤਾਂ ਸਭ ਨੂੰ ਪਤਾ, ਪਰ ਉਹ ਠੇਕੇਦਾਰ ਨੇ ਕਿਉਂਕਿ ਬਿਆਨ ਦਿੱਤਾ, ਹਾਂਜੀ ਹਾਂਜੀ, ਉਹਦੇ ਕਰਕੇ ਇਹ ਚ ਸ਼ੰਕੇ ਵੀ ਪੈਂਦੇ ਨੇ ਕਿਉਂਕਿ ਠੇਕੇਦਾਰ ਕਿਹੜਾ ਦੁੱਧ ਧੋਤੇ, ਹਾਂਜੀ ਹਾਂਜੀ। ਤੇ ਦੂਜੀ ਗੱਲ ਜਿਹਨੇ ਉਹਦੀ ਇਨਕੁਆਇਰੀ ਕਰੀ ਸੀ ਉਹਦੇ ਉੱਤੇ ਵੀ ਕੜੇ ਇਲਜ਼ਾਮ ਲੱਗਦੇ ਸੀ। ਸੋ ਪਰ ਇੱਕ ਗੱਲ ਪੱਕੀ ਹੈ ਵੀ ਜਿਹੜਾ ਘੁਟਾਲਾ ਹੋਇਆ ਉਹਦੀ ਤਾਂ ਜਾਂਚ ਹੋਣੀ ਚਾਹੀਦੀ ਹੈ। ਹੁਣ ਘੁਟਾਲੇ ਤਾਂ ਇੱਥੇ ਸੈਂਕੜੇ ਹੋ ਰਹੇ ਨੇ, ਪਰ ਘੁਟਾਲਿਆਂ ਦੀ ਜਾਂਚ ਹੋ ਕੇ ਵੀ ਕੀ ਨਿਕਲਦਾ? ਆ ਤਹਿਸੀਲਦਾਰਾਂ ਦੇ ਘੁਟਾਲੇ ਦੀ ਜਾਂਚ ਹੋਈ, ਕਹਿੰਦੇ ਜੀ ਉਹ ਜਿਹੜਾ ਕਮਿਸ਼ਨ ਸੀ ਉਹਨੇ ਤਾਂ ਕੋਈ ਗਲਤੀ ਨਹੀਂ ਕਰੀ, ਜਦ ਕਿ ਕਮਿਸ਼ਨ ਹੁਣ ਵੀ ਰਿਜ਼ਲਟ ਪੂਰਾ ਨਹੀਂ ਡਿਕਲੇਅਰ ਕਰ ਰਿਹਾ, ਉਦੋਂ ਬਾਅਦ ਦੀਆਂ ਪੋਸਟਾਂ ਦਾ ਵੀ ਨਹੀਂ ਕਰ ਰਿਹਾ। ਜਦੋਂ ਰਿਜ਼ਲਟ ਹੀ ਪੂਰਾ ਨਹੀਂ ਡਿਕਲੇਅਰ ਕਰਦਾ ਹੋਰ ਠੱਗੀ ਹੁੰਦੀ ਕੀ ਹੈ? ਇਮਤਿਹਾਨ ਦਾ ਠੀਕ ਪ੍ਰਬੰਧ ਨਹੀਂ ਕਰਦਾ ਹੋਰ ਠੱਗੀ ਹੁੰਦੀ ਕੀ ਹੈ? ਪੇਪਰ ਲੀਕ ਹੋ ਗਏ, ਕਮਿਸ਼ਨ ਕਹੀ ਜਾਂਦਾ ਸਭ ਕੁਝ ਠੀਕ ਹੈ, ਫਿਰ ਠੱਗੀ ਕੀ ਹੁੰਦੀ ਹੈ? ਸੋ ਸਕੈਮ ਵੱਡੇ ਹੋ ਰਹੇ ਨੇ, ਉਹ ਸਕੈਮਸਟਰ ਨੂੰ ਬਲਕਿ ਨੌਕਰੀਆਂ ਮਿਲ ਰਹੀਆਂ ਨੇ ਜਿਨ੍ਹਾਂ ਨੇ ਗਾਹਾਂ ਸਕੈਮ ਕਰਨੇ ਨੇ। IAS ਦਾ ਸਕੈਮ ਜਿਹੜਾ ਜ਼ਮੀਨ ਵਾਲਾ PSIC ਵਾਲਾ ਹੋਇਆ। ਸੋ ਇਸ ਕਰਕੇ ਮੈਨੂੰ ਐਂ ਲੱਗਦਾ ਹੈ ਵੀ ਇਹ ਟਰਮਲ ਜੀ ਤਾਂ ਹੋ ਗਈ, ਪਰ ਇਹ ਆਖਰਕਾਰ ਇਹ ਲੰਬਾ ਚੱਲੀ ਜਾਊਗਾ, ਇਹ ਸਰਕਾਰਾਂ ਹੋਣਗੀਆਂ ਕਿਉਂਕਿ ਕਾਂਗਰਸ ਸਰਕਾਰ ਵੇਲੇ ਦਾ ਖੁੱਲਿਆ ਹੋਇਆ ਘੁਟਾਲਾ, ਤੇ ਇਹ ਘੁਟਾਲਾ ਚੱਲੀ ਜਾਊਗਾ ਇਹਦੇ ਵਿੱਚ। ਪਰ ਲੋੜ ਇਸੇ ਗੱਲ ਦੀ ਹੈ ਕਿ ਜਿਹੜੀ ਪਾਰਦਰਸ਼ਤਾ ਇਸ ਦੇ ਵਿੱਚ ਰੱਖਣੀ ਹੈ, ਉਹ ਮੈਨੂੰ ਲੱਗਦਾ ਹੈ ਵੀ ਕਿਤੇ ਨਾ ਕਿਤੇ ਸ਼ਾਇਦ ਉਹ ਕੈਜੂਅਲਟੀ ਬਣੇਗੀ, ਕਿਉਂਕਿ ਇੱਕ ਤਾਂ ਪਾਵਰਫੁਲ ਬੰਦੇ ਨੇ ਜਿਨ੍ਹਾਂ ਦੇ ਖਿਲਾਫ ਇਹ ਚੱਲ ਰਿਹਾ ਹੈ। ਦੂਜਾ ਇਹ ਵੀ ਹੈ ਵੀ ਜਿਹੜੇ ਅਕਾਲੀ ਪਾਰਟੀ ਦੇ ਬੰਦਿਆਂ ਦੇ ਖਿਲਾਫ ਚੱਲ ਰਿਹਾ ਹੈ, ਉਹ ਅਕਾਲੀ ਪਾਰਟੀ ਇਹ ਨਹੀਂ ਟੋਲਰੇਟ ਕਰੇਗੀ ਵੀ ਸਾਡੇ ਬੰਦਿਆਂ ਦੇ ਉੱਤੇ ਕੋਈ ਆਂਚ ਆਵੇ, ਜਿੰਨਾ ਚਿਰ ਉਹਨਾਂ ਅੰਦਰੋਂ ਕੋਈ ਹੋਣਾ। ਔਰ ਜਨਮੇਜਾ ਸਿੰਘ ਸੇਖੋਂ ਬਾਰੇ ਤਾਂ ਹੈਗਾ ਵੀ ਉਹ ਬਾਦਲ ਸਾਹਿਬ ਦੇ ਵੈਸੇ ਵੀ ਉਹ ਨੇ। ਸੋ ਇਸ ਕਰਕੇ ਮੈਨੂੰ ਐਂ ਲੱਗਦਾ ਹੈ ਵੀ ਇਹਦਾ ਕੋਈ ਬਿਲ ਪੱਤਨ ਤਾਂ ਬਹੁਤਾ ਲੱਗਣਾ ਨਹੀਂ, ਪਰ ਇੱਕ ਚੰਗੀ ਗੱਲ ਇਹ ਹੈ ਵੀ ਇਹਦੀ ਜਾਂਚ ਤਾਂ ਹੋ ਜੇ। ਉਂਝ ਜਿਹੜਾ ਦੇਖਿਆ ਜਾਂਦਾ ਹੈ, ਐਵੇਂ ਕਹਾਂ ਮੈਂ ਵੀ ਪੰਨੂ ਦਾ ਜਿਹੜਾ ਕੰਮ ਕਾਰ ਸੀਗਾ, ਕਾਨ ਸਿੰਘ ਪੰਨੂ ਦਾ, ਉਹਦੇ ਉੱਤੇ ਕੋਈ ਬਹੁਤੀ ਕਦੇ ਉਂਗਲੀ ਉੱਠੀ ਨਹੀਂ ਸੀ। ਇਹਦੇ 'ਚ ਕੀ ਹੈ ਕੀ ਨਹੀਂ ਇਹ ਤਾਂ ਹੁਣ ਸਮਾਂ ਦੱਸੇਗਾ, ਪਰ ਬਾਕੀਆਂ ਦਾ ਤਾਂ KBS ਸਿੱਧੂ ਹੋਰ ਸਾਰਿਆਂ ਦਾ ਤਾਂ ਪਤਾ ਹੀ ਸੀ ਲੋਕਾਂ ਨੂੰ। ਕਿੰਨੇ IAS ਅਫਸਰ ਨੇ ਸਾਰੇ, ਕਿੰਨੇ IPS ਨੇ, ਕਿੰਨੇ ਸਰਕਾਰੀ ਉਹ ਨੇ, ਉਹਨਾਂ ਦੇ ਸਾਰਿਆਂ ਦੀਆਂ ਜਾਇਦਾਦਾਂ ਦੇਖ ਲਓ, ਜਿੰਨੀ ਉਹਨਾਂ ਦੀ ਤਨਖਾਹ ਹੈ, ਜੇ ਸਾਰੀ ਤਨਖਾਹ ਮੰਨ ਲਓ ਵੀ ਉਹਨਾਂ ਨੇ ਕਦੇ ਖਰਚਾ ਹੀ ਨਹੀਂ ਕਰਿਆ ਢਿੱਡਾ ਵੀ ਉਹਦੇ 'ਚੋਂ, ਤਾਂ ਵੀ ਜਾਇਦਾਦਾਂ ਉਹਨੂੰ ਕਈ ਗੁਣਾ ਵੱਧ ਨੇ। ਤੇ ਨਾ ਉਹਨਾਂ ਦੀ ਕੋਈ ਪਿਤਾ ਪੁਰਖੀ ਜਾਇਦਾਦ ਹੈ, ਜੇ ਤਾਂ ਹੋਵੇ ਨਾ ਵੀ ਪਿਤਾ ਪੁਰਖੀ ਹੈ ਜੀ,
ਨਾ ਕੋਈ ਹੋਰ ਆਮਦਨ ਦਾ ਸਰੋਤ ਹੈ। ਸੋ ਜੇ ਇੰਨੀਆਂ ਜਾਇਦਾਦਾਂ ਵੱਧ ਰਹੀਆਂ ਨੇ, ਸੋ ਉੱਥੇ ਫਿਰ ਉਹੀ ਗੱਲ ਹੈ ਵੀ ਸਾਰੇ ਇਸ ਹਮਾਮ 'ਚ ਇੱਕੋ ਜਿਹੇ ਨੇ, ਬਹੁਤੇ ਕੋਈ ਇੱਕ ਅੱਧਾ ਚੰਗਾ ਹੋਊਗਾ, ਐਂ ਤਾਂ ਹੈ ਨਹੀਂ। ਬੀਜ ਨਾਸਤਾ ਕਦੇ ਵੀ ਨਹੀਂ ਹੁੰਦਾ, ਤੇ ਚਾਨਣ ਦੀ ਰੇਸ਼ਮ ਕਿਤੇ ਹਨੇਰੇ 'ਚ ਵੀ ਹੁੰਦੀ ਹੈ, ਪਰ ਬਹੁਤੀ ਹਨੇਰੀ ਸੁੰਘ ਹੈ। ਹਾਲਤੇ ਬਣੀ ਹੋਈ ਹੈ ਕਲਕਾਤੀ ਰਾਜੇ ਕਸਾਈ, ਧਰਮ ਪੰਕਰ ਉੱਡ ਰਿਹਾ, ਕੂੜੇ ਮਾਵਸ ਸੱਚ ਚੰਦਰਮਾ ਦੀਸੈ ਨਹੀਂ ਕਹਿ ਚੜਿਆ, ਹਉ ਭਾਲ ਵਿਕੁੰਨੀ ਹੋਈ ਅੰਧੇਰੇ ਰਾਹ ਨਾ ਕੋਈ। ਮੈਨੂੰ ਸੱਚੀ ਮੁੱਚੀ 'ਚੋਂ ਕੋਈ ਐਂ ਨਹੀਂ ਲੱਗਦਾ। ਠੀਕ ਹੈ, ਬਿਜ਼ਨਸ ਨੇ ਬੁਲਾ ਲਿਆ, ਜਾਂਚ ਕਰੀ ਜਾਣਗੇ, ਪੁੱਛੀ ਜਾਣਗੇ, ਪਰ ਆਖਿਰਕਾਰ ਇੱਕ ਦੋ ਗੱਲਾਂ ਮੈਂ ਕਹਾਂਗਾ। ਇੱਕ ਤਾਂ ਕਿਸੇ ਨੇ ਕਿਹਾ ਜੀ ਮੈਨੂੰ ਰਿਸ਼ਵਤ 'ਚ ਫਸਾ ਲਿਆ, ਉਹ ਕਹਿੰਦਾ ਤੂੰ ਫਿਰ ਕੀ ਹੋ ਗਿਆ, ਤੂੰ ਰਿਸ਼ਵਤ ਦੇ ਕੇ ਛੁੱਟ ਜਾ। ਤੇ ਦੂਜਾ ਬਾਬੇ ਨਾਨਕ ਨੂੰ ਕਿਹਾ, ਬਾਬਾ ਨਾਨਕ ਕਹਿੰਦਾ ਵੀ ਸਾਰੇ ਠੱਗ ਹੋਣਗੇ ਅੱਗੇ ਨੂੰ ਆਉਣਾ, ਕਹਿੰਦਾ ਜੀ ਫਿਰ ਠੱਗਣਗੇ ਕਿਹਨੂੰ, ਕਹਿੰਦਾ ਇੱਕ ਦੂਜੇ ਨੂੰ। ਸੋ ਇਹ ਗੱਲ ਹੋਣੀ ਹੈ। ਇਹਦੇ ਤੋਂ ਇਲਾਵਾ ਹੋਰ ਵੀ ਜਿਹੜੇ ਆ, ਇੱਕ ਕੁਸ਼ਲਦੀਪ ਢਿੱਲੋਂ ਆ ਕਾਂਗਰਸ ਦੇ MLA, ਉਹਨਾਂ ਨੂੰ ਸੱਦਿਆ। ਇੱਕ OP ਸੋਨੀ ਦੇ ਘਰ ਵੀ ਅੱਜ ਵਿਜੀਲੈਂਸ ਨੇ ਦਸਤਕ ਦਿੱਤੀ ਹੈ। ਇਹ ਮੇਰੇ ਖਿਆਲ ਘਟਾਲਿਆਂ ਦਾ ਇਹ ਸਰਕਾਰ ਜਿਹੜਾ ਕਾਫੀ ਜੁਗਾੜ ਕਰਨਾ ਪਏਗਾ, ਜਿਹੜੀ ਜਾਂਚ ਹੋਣੀ ਹੈ ਇਹਨੂੰ ਨਿਪਰੇ ਚਾੜਨ ਲਈ। ਦੇਖੋ ਇਹ ਨਾ ਜਾਂਚਾਂ ਬੜੀਆਂ ਔਖੀਆਂ ਹੁੰਦੀਆਂ, ਜਿਵੇਂ ਆ ਜਿਹੜਾ ਦਖੀਮਪੁਰ ਖੇੜੀ ਵਾਲਾ ਕੇਸ ਹੈ, ਉਹਦੇ 'ਚ ਉਹਨੇ ਕਿਹਾ ਵੀ ਇੰਨੇ ਤਾਂ ਦਸਤਾਵੇਜ਼ ਨੇ, ਇੰਨੇ ਗਵਾਹ ਨੇ, 5 ਸਾਲ ਲੱਗ ਜਾਣਗੇ। ਇਹ ਜਿਹੜੀ ਜਾਂਚਾਂ ਤਾਂ ਹੋਣੀਆਂ ਚਾਹੀਦੀਆਂ ਨੇ, ਕਿਉਂਕਿ ਘੁਟਾਲੇ ਤਾਂ ਥਾਂ ਥਾਂ ਨੇ। ਸਕੂਲਾਈਜੇਸ਼ਨ ਬੋਰਡ ਕਰ ਲਓ, ਹੈਲਥ ਸਿਸਟਮ ਕਾਰਪੋਰੇਸ਼ਨ ਕਰ ਲਓ, ਕਿਸੇ ਪਾਸੇ ਵੀ ਚੱਲ ਜਾਓ, ਇੰਜੀਨੀਅਰਿੰਗ ਕਰ ਲਓ, ਹੜ੍ਹ ਦਾ ਕੰਟਰੋਲ ਦਾ ਮਹਿਕਮਾ ਕੱਢ ਲਓ, ਜਿਹੜੇ ਪਾਸੇ ਜਾਓਗੇ ਉੱਥੇ ਡੀਲਾਂ ਦੀ ਖੁੱਦੂ ਹੈ, ਸੱਪਾਂ ਦੀ ਟੋਕਰੀ ਹੈ, ਜਿਹੜਾ ਮਰਜ਼ੀ ਉਹਦੇ 'ਚ ਨਾਗ ਹੀ ਨਿਕਲਣਗੇ। ਸੋ ਸਵਾਲ ਇਹ ਆ ਵੀ ਇਹ ਸਰਕਾਰ ਨੇ ਇਹ ਤਾਂ ਕੋਸ਼ਿਸ਼ ਕਰੀ ਆ ਵੀ ਘੁਟਾਲਿਆਂ ਦੇ ਉੱਤੇ ਤਾਂ ਉਹ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਆਪਦੇ ਵੀ ਫੜੇ ਨੇ, ਐ ਨਹੀਂ ਆ ਵੀ ਆਪਦੇ ਵੀ 2 ਮੰਤਰੀਆਂ ਨੂੰ ਹਟਾਉਣਾ ਪਿਆ। ਦੂਜੀ ਗੱਲ, ਇੱਕ ਗੱਲ ਤਾਂ ਮੈਂ ਕਹਾਂਗਾ, ਇਹ ਗੱਲ ਮੰਨਣ ਵਾਲੀ ਹੈ ਕਿ ਪਹਿਲੀਆਂ ਸਰਕਾਰਾਂ ਨੇ ਕਦੇ ਸਿਆਸਤਦਾਨਾਂ ਨੂੰ, ਖਾਸ ਕਰਕੇ ਆਪਦਿਆਂ ਨੂੰ ਤੇ ਬਿਊਰੋਕਰੇਟ ਨੂੰ ਐਡਾ ਵੱਡਾ ਹੱਥ ਨਹੀਂ ਪਾਇਆ ਸੀ। ਇਹ ਤਾਂ ਇਹਨਾਂ ਨੇ ਐਡਾ ਹੱਥ ਪਾਇਆ, ਪਰ ਮੈਨੂੰ ਐਂ ਲੱਗਦਾ ਵੀ ਕੱਲਾ ਐਡਾ ਹੱਥ ਨਾਲ ਨਹੀਂ ਸਰਨਾ। ਇਹ ਸਰੂ ਤਾਂ ਜੇ ਥੱਲੇ ਪਹਿਲਾਂ ਪ੍ਰਸ਼ਾਸਨ ਦੇ ਵਿੱਚ ਜਿਹੜਾ ਹੈਗਾ ਕੰਮ ਤੇਜ਼ ਕਰਨਗੇ। ਜੇ ਕੰਮ ਤੇਜ਼ ਕਰਨਗੇ 1 ਲੱਖ ਤੋਂ ਘੁਟਾਲਾ, ਹੁਣ ਜਿਵੇਂ ਤਹਿਸੀਲਾਂ 'ਚ ਰੋਜ਼ ਘੁਟਾਲੇ ਹੁਣ ਵੀ ਹੋ ਰਹੇ ਨੇ, ਤਹਿਸੀਲਾਂ 'ਚ ਰੋਜ਼ ਹੀ ਠੱਗੀ ਚੋਰੀ ਚੱਲ ਰਹੀ ਹੈ, ਔਰ ਕਿੰਨਾ ਹੀ ਪੈਸਾ ਤਹਿਸੀਲਾਂ 'ਚ ਖਜ਼ਾਨੇ ਦਾ ਜਿਹੜਾ ਆਉਣਾ ਚਾਹੀਦਾ ਖਜ਼ਾਨੇ 'ਚੋਂ ਨਹੀਂ ਆ ਰਿਹਾ, ਪਰ ਉਹਦੇ ਉੱਤੇ ਇਹਨਾਂ ਦਾ ਕੋਈ ਹੈ ਨਹੀਂ ਕੋਈ ਤੌਰ ਤਰੀਕਾ ਵੀ ਕਿਵੇਂ ਕਰਾਂਗੇ। ਸ਼ਹਿਰੀ ਜ਼ਮੀਨਾਂ ਨੇ, ਪੇਂਡੂ ਜ਼ਮੀਨਾਂ 'ਤੇ ਕੋਸ਼ਿਸ਼ ਕਰੀ ਕੁਲਦੀਪ ਸਿੰਘ ਧਾਲੀਵਾਲ ਨੇ, ਸ਼ਹਿਰੀ ਜ਼ਮੀਨਾਂ ਦਾ ਵੀ ਇਹੀ ਹਾਲ ਹੋ ਗਿਆ। ਪ੍ਰਾਈਵੇਟ ਸਕੂਲਾਂ ਦੀ ਫੀਸ ਕਹਿੰਦੇ ਸੀ ਅਸੀਂ ਰੈਗੂਲੇਟ ਕਰਾਂਗੇ, ਉਹਦਾ ਅਜੇ ਤੱਕ ਤਾਂ ਕੋਈ ਐਕਟ ਬਦਲਾ ਦੀ ਆਈ ਨਹੀਂ। ਸੋ ਇਸ ਤਰੀਕੇ ਨਾਲ ਮੈਨੂੰ ਐਂ ਲੱਗਦਾ ਹੈ ਵੀ ਹੱਥ ਜ਼ਰੂਰ ਪਾਏ ਨੇ, ਕੋਸ਼ਿਸ਼ ਜ਼ਰੂਰ ਕਰ ਰਹੇ ਨੇ, ਤੇ ਇਹ ਕੋਸ਼ਿਸ਼ ਦਾ ਇੰਪੈਕਟ ਵੀ ਪਊ, ਪਰ ਹੁਣ ਅਜੇ ਤੱਕ ਤਾਂ ਇਹ ਇੰਪੈਕਟ ਇਹ ਪੈ ਰਿਹਾ ਵੀ IAS ਅਫਸਰ ਜਿਹੜਾ ਮਾੜਾ ਮੋਟਾ ਕੰਮ ਕਰਦੇ ਸੀ, ਅਜੇ ਤਾਂ ਉਹ ਵੀ ਕੰਮ ਕਰਨੋਂ ਹਟੇ ਹੋਏ ਨੇ। ਇੱਕ ਪੋਜ਼ਿਟਿਵ ਗੱਲ ਕਰੀਏ ਸਰਕਾਰ ਨੇ, ਉਹ ਇਹ ਵੀ ਜਿੱਦਾਂ PCS ਅਫਸਰ ਨੇ ਵੀ ਅਸੀਂ ਤਾਂ ਹੜਤਾਲ ਕਰਾਂਗੇ ਜੀ, ਇਹ ਫਿਰ ਜਦ ਭਗਵੰਤ ਮਾਨ ਨੇ ਕਿਹਾ ਵੀ ਚੰਗਾ ਕਰੋ ਹੜਤਾਲ, 2 ਵਜੇ ਤੱਕ ਆ ਜਾਓ, ਨਹੀਂ ਤੁਹਾਡੇ, ਫਿਰ ਉਹ ਭੱਜ ਗਏ ਸੀ। ਇਹ ਜਿਹੇ ਤਰੀਕਾ ਇੱਦਾਂ ਹੀ ਜਿਹੜਾ IAS ਅਫਸਰਾਂ ਨੇ, IAS ਅਫਸਰਾਂ ਨੂੰ ਇੱਕ ਜਿਹੜੇ ਅਫਸਰ ਦੇ ਉੱਤੇ ਇਹ ਕਹਿੰਦੇ ਨੇ ਨਹੀਂ ਜੀ ਉਹਨੇ ਆਮ ਆਦਮੀ ਕਲੀਨਿਕ ਦੇ 10 ਕਰੋੜ ਦੀ ਬਜਾਏ 30 ਕਰੋੜ ਦਾ ਤੁਸੀਂ ਐਡਵਰਟਾਈਜ਼ਮੈਂਟ ਦਿੰਦੇ, ਉਹਨੇ ਉਹ 'ਤੇ ਇਤਰਾਜ਼ ਕਰਿਆ ਸੀ ਤਾਂ ਤੁਸੀਂ ਉਹ 'ਤੇ ਕੇਸ ਕਰ ਰਹੇ ਹੋ। ਅਸਲ 'ਚ ਮੈਨੂੰ ਐਂ ਲੱਗਦਾ ਇੱਕ ਲਾਈਨ 'ਚ ਉਹਦੇ ਵਿੱਚ ਵੀ ਇਹਨਾਂ ਨੇ ਇਹ ਕਰਿਆ, ਕਿਉਂਕਿ ਉਹ ਜਿਹੜੀ ਆ ਫੜੇ ਗਏ ਸੀ ਨਾ PSI ਘੁਟਾਲੇ 'ਚ, ਉਹ ਉਹਨਾਂ ਨੂੰ ਬਚਾਉਣ ਵਾਸਤੇ IASਾਂ ਦੀ ਲੀਡ ਕਰ ਰਹੇ ਜੀ। ਜਿਹੜਾ ਕੋਈ ਚੋਰਾਂ ਨੂੰ ਬਚਾਉਣ ਵਾਸਤੇ ਲੀਡ ਕਰੇਗਾ ਤੇ ਉਹਦੇ ਨਾਲ ਕੁਝ ਐਕਸ਼ਨ ਲੈਣਾ ਪਏਗਾ। ਸੋ ਇਹ ਘੁਟਾਲਿਆਂ ਦੇ ਉੱਤੇ ਐਕਸ਼ਨ ਲੈਣ ਦੀ ਲੋੜ ਹੈ, ਪਰ ਸਮਾਂ ਦੱਸੇਗਾ ਵੀ ਜਾਣਾ ਕਿੱਧਰ ਨੂੰ, ਉੱਠ ਕਿਸ ਕਰਵਟ ਪੈਣਾ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਅਸੀਂ ਆਪਣੇ ਦਰਸ਼ਕਾਂ ਕੋਲੋਂ ਆਗਿਆ ਲੈਂਦੇ ਹਾਂ। ਧੰਨਵਾਦ।